स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਈਆਈ ਵਾਰਸ ਐਂਡ ਕੇਬਲਸ ਵਿਚਾਰ ਤਕਰਾਰ। ਸਾਰੇ ਹੀ ਸਮਾਜ ਦੇ ਵਿੱਚ ਸਾਰੇ ਹੀ ਲੋਕ ਸਤਿਕਾਰਯੋਗ ਹੁੰਦੇ ਨੇ। ਵੱਖ-ਵੱਖ ਕੌਮਾਂ, ਵੱਖ-ਵੱਖ ਧਰਮ, ਜਾਤ ਬਰਾਦਰੀ ਨਾਲ ਸੰਬੰਧਿਤ ਲੋਕ ਸਾਰੇ ਹੀ ਸਤਿਕਾਰਯੋਗ ਹੁੰਦੇ ਨੇ। ਪਰ ਇਹ ਅਕਸਰ ਹੀ ਹੁੰਦਾ ਹੈ ਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਨੇ ਤਾਂ ਵੱਖ-ਵੱਖ ਜਾਤ ਦੇ ਪ੍ਰਤੀ, ਵੱਖ-ਵੱਖ ਭਾਈਚਾਰੇ ਦੇ ਪ੍ਰਤੀ ਕਾਰਡ ਖੇਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਔਰ ਉਹਨਾਂ ਕੋਸ਼ਿਸ਼ਾਂ ਦੇ ਵਿੱਚ ਕਈ ਵਾਰ ਉਹਨਾਂ ਦੇ ਹੱਕ ਹਕੂਕ ਪਿੱਛੇ ਰਹਿ ਜਾਂਦੇ ਨੇ, ਪਰ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਲਗਾਉਣ ਦੀ ਕੋਸ਼ਿਸ਼ ਜ਼ਰੂਰ ਹੋ ਜਾਂਦੀ ਹੈ। ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਨੂੰ ਲੈ ਕੇ ਬੜੀ ਤਰ੍ਹਾਂ ਦੀਆਂ ਕਿਆਸਰਾਈਆਂ ਜਿਹੜੀਆਂ ਚੱਲ ਰਹੀਆਂ ਨੇ, ਬੜੇ ਤਰ੍ਹਾਂ ਦੇ ਕਿੰਤੂ ਪਰੰਤੂ ਕੀਤੇ ਜਾ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਗੱਠਜੋੜ ਕੀਤਾ ਤਾਂ ਰਵਨੀਤ ਬਿੱਟੂ ਕਾਂਗਰਸੀ ਆਗੂ ਨੇ ਇੱਕ ਅਜਿਹਾ ਬਿਆਨ ਦਿੱਤਾ ਜਿਸ ਤੋਂ ਬਾਅਦ ਦਲਿਤ ਭਾਈਚਾਰੇ ਦੇ ਵਿੱਚ ਖਾਸਾ ਰੋਸ ਪਾਇਆ ਜਾ ਰਿਹਾ। ਉਹਨਾਂ ਨੇ ਪਵਿੱਤਰ ਸੀਟਾਂ ਦਲਿਤ ਭਾਈਚਾਰੇ ਨੂੰ ਜਾਂ ਬਸਪਾ ਨੂੰ ਦੇਣ ਤੇ ਇਤਰਾਜ਼ ਜਤਾਇਆ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਚਮਕੌਰ ਸਾਹਿਬ ਵਰਗੀਆਂ, ਅਨੰਦਪੁਰ ਸਾਹਿਬ ਵਰਗੀਆਂ ਪਵਿੱਤਰ ਸੀਟਾਂ ਇਹਨਾਂ ਨੂੰ ਕਿਉਂ ਦੇ ਦਿੱਤੀਆਂ, ਯਾਨੀ ਕਿ ਬਸਪਾ ਨੂੰ ਕਿਉਂ ਦੇ ਦਿੱਤੀਆਂ। ਔਰ ਬਾਅਦ ਦੇ ਵਿੱਚ ਆਪਣੀ ਸਫਾਈ ਦੇ ਵਿੱਚ ਉਹਨਾਂ ਇਹ ਵੀ ਕਿਹਾ ਕਿ ਬਸਪਾ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਹੀ ਦਲਿਤ ਭਾਈਚਾਰੇ ਨਾਲ ਹੈ। ਮੈਂ ਤਾਂ ਇਹ ਕਿਹਾ ਸੀਗਾ ਕਿ ਇਹ ਪਵਿੱਤਰ ਸੀਟਾਂ ਸੀਗੀਆਂ, ਅਕਾਲੀ ਦਲ ਨੇ ਆਪਣੇ ਲੀਡਰਾਂ ਨੂੰ ਖਤਮ ਕਰਨ ਵਾਸਤੇ ਦਿੱਤੀਆਂ, ਇਹ ਇਹਨਾਂ ਨੂੰ ਨਹੀਂ ਦੇਣੀਆਂ ਚਾਹੀਦੀਆਂ ਸੀਗੀਆਂ। ਇਸੇ ਮੁੱਦੇ ਨੂੰ ਲੈ ਕੇ ਹੁਣ ਬਹੁਤ ਜ਼ਿਆਦਾ ਵਿਵਾਦ ਬਣਿਆ ਹੋਇਆ। ਐਸਸੀ ਕਮਿਸ਼ਨ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਰਵਨੀਤ ਬਿੱਟੂ ਹੋਰਾਂ ਨੂੰ, ਭਾਵੇਂ ਉਹ ਬੀਜੇਪੀ ਹੋਵੇ, ਅਕਾਲੀ ਦਲ ਹੋਵੇ, ਈਵਨ ਕਿ ਆਮ ਆਦਮੀ ਪਾਰਟੀ ਵੀ ਹੋਵੇ। ਉਹ ਵੀ ਕਹਿ ਰਹੇ ਕਿ ਇੱਦਾਂ ਦੇ ਬਿਆਨਾਂ ਤੋਂ ਪਰਹੇਜ਼ ਹੀ ਰੱਖਣਾ ਚਾਹੀਦਾ, ਇੱਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਹੜੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਖਾਸ ਫਿਰਕੇ ਨੂੰ ਠੇਸ ਪਹੁੰਚਾਉਂਦੇ ਹੋਣ। ਉਹਨਾਂ ਨੇ ਕਿਹਾ ਕਿ ਇਹ ਸਭ ਤੋਂ ਪਹਿਲਾਂ ਇਹ ਸੁਣਾਉਂਦੇ ਆ, ਫਿਰ ਆਪਾਂ ਵਿਚਾਰ ਤਕਰਾਰ ਅੱਗੇ ਸ਼ੁਰੂ ਕਰਾਂਗੇ। ਸਭ ਤੋਂ ਪਵਿੱਤਰ ਧਰਤੀ ਤਖਤ ਸਾਡਾ ਸ਼੍ਰੀ ਅਨੰਦਪੁਰ ਸਾਹਿਬ, ਉਹ ਸੀਟ ਆ ਜਿਹੜੀ ਉਹ ਵੀ ਅਨੰਦਪੁਰ ਸਾਹਿਬ ਪਾਰਲੀਮੈਂਟ ਹਲਕੇ ਚੰਦੂ ਮਾਜਰਾ ਦੀ ਆਉਂਦੀ ਸੀ। ਉਹ ਸੀਟ ਆ ਜਿਹੜੀ ਉਹ ਵੀ ਬੀਐਸਪੀ ਨੂੰ ਦਿੱਤੀ। ਫਿਰ ਸਾਡੀ ਪਵਿੱਤਰ ਧਰਤੀ ਸਾਹਿਬਜ਼ਾਦਿਆਂ ਦੀ ਚਮਕੌਰ ਸਾਹਿਬ, ਉਹ ਵੀ ਅਨੰਦਪੁਰ ਸਾਹਿਬ ਸੀਟ ਚ ਆਉਂਦੀ ਚੰਦੂ ਮਾਜਰਾ ਦੇ, ਉਹ ਚਮਕੌਰ ਸਾਹਿਬ ਸੀਟ ਆ ਜਿਹੜੀ ਉਹ ਵੀ ਦਿੱਤੀ। ਪਵਿੱਤਰ ਸੀਟਾਂ ਜਿਹੜੀਆਂ ਉਹ ਸਾਰੀਆਂ ਸੀਟਾਂ ਜਿਹੜੀਆਂ ਉਹ ਬੀਐਸਪੀ ਨੂੰ ਦਿੱਤੀਆਂ। ਕਈਆਂ ਨੇ ਇਹ ਕੀ ਗੱਲ ਜੋੜੀ ਆ ਵੀ ਐਸਸੀ ਵਰਗ ਨਾਲ ਗੱਲ ਜੋੜੀ। ਇਹ ਐਸਸੀ ਮਤਲਬ ਬੀਐਸਪੀ ਹੋਗੀ? ਮੈਨੂੰ ਇਹ ਕੋਈ ਸਮਝਾਵੇ, ਐਸਸੀ ਵਰਗ ਮਤਲਬ ਬੀਐਸਪੀ ਹੋਗੀ? ਇਹਦੇ ਨਾਲ ਕਿਵੇਂ ਇਹ ਜੋੜਤੀ ਤੁਸੀਂ ਗੱਲ? ਸੋ ਇਸੇ ਮੁੱਦੇ ਤੇ ਵਿਚਾਰ ਤਕਰਾਰ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਈਏ, ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਸਾਹਿਬ, ਬੁਲਾਰੇ ਨੇ ਆਮ ਆਦਮੀ ਪਾਰਟੀ ਦੇ, ਸੋਹਣ ਸਿੰਘ ਠੰਡਲ ਸਾਹਿਬ, ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ, ਪ੍ਰਿਤਪਾਲ ਸਿੰਘ ਬਲੀਏਵਾਲ ਸਾਹਿਬ, ਬੁਲਾਰੇ ਨੇ ਪੰਜਾਬ ਕਾਂਗਰਸ ਦੇ, ਸੰਤੋਖ ਸਿੰਘ ਗੁਮਟਾਲਾ ਸਾਹਿਬ, ਸੀਨੀਅਰ ਆਗੂ ਨੇ ਪੰਜਾਬ ਬੀਜੇਪੀ ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਮੈਂ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਸੋਹਣ ਸਿੰਘ ਠੰਡਲ ਸਾਹਿਬ ਤੋਂ ਕਰਾਂਗੇ ਕਿਉਂਕਿ ਉਹਨਾਂ ਦਾ ਗੱਠਜੋੜ ਹੋਇਆ ਬਸਪਾ ਨਾਲ, ਇਤਰਾਜ਼ ਜਤਾਇਆ ਗਿਆ। ਠੰਡਲ ਸਾਹਿਬ, ਹੁਣੇ ਤੁਸੀਂ ਬਿਆਨ ਵੀ ਸੁਣਿਆ, ਪਹਿਲਾਂ ਵੀ ਸੁਣਿਆ ਹੋਣਾ, ਤੁਹਾਡੇ ਵੱਲੋਂ ਬਸਪਾ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਰਵਨੀਤ ਬਿੱਟੂ ਦੇ ਖਿਲਾਫ। ਰਵਨੀਤ ਬਿੱਟੂ ਕਹਿੰਦੇ ਨੇ ਕਿ ਮੈਂ ਬਸਪਾ ਕਿਹਾ, ਮੈਂ ਦਲਿਤ ਨਹੀਂ ਕਿਹਾ, ਮੈਂ ਪਵਿੱਤਰ ਕਿਹਾ, ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਦਿੱਤੀ ਹੈ। ਹਰਪ੍ਰੀਤ ਜੀ, ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਬਿਆਨ ਬਿੱਟੂ ਜੀ ਵੱਲੋਂ ਆਇਆ, ਬਿੱਟੂ ਇੱਕ ਕਾਂਗਰਸ ਪਾਰਟੀ ਦਾ ਸੀਨੀਅਰ ਲੀਡਰ ਆ, ਬਾਰ-ਬਾਰ ਐਮਪੀ ਬਣੇ ਆ, ਅਨੰਦਪੁਰ ਸਾਹਿਬ ਧਰਤੀ ਤੋਂ ਵੀ ਐਮਪੀ ਬਣੇ ਆ। ਉਹ ਜਿਸ ਤਰੀਕੇ ਦੇ ਨਾਲ ਉਹਨੇ ਇਹ ਬਿਆਨ ਦਿੱਤਾ, ਹੁਣ ਮੇਰੇ ਸਫਾਈ ਦੇਈ ਜਾਣ ਕਿ ਮੈਂ ਦਲਿਤ ਦੀ ਗੱਲ ਨਹੀਂ ਕੀਤੀ, ਮੈਂ ਬਹੁਜਨ ਸਮਾਜ ਪਾਰਟੀ ਦੀ ਗੱਲ ਕੀਤੀ ਆ। ਪਰ ਉਹਦਾ ਜਿਹੜੀ ਭਾਵਨਾ ਕਹਿਣ ਦੀ ਆ, ਉਹ ਤੋਂ ਸਾਫ਼ ਜ਼ਾਹਰ ਆ ਕਿ ਜਦੋਂ ਪਵਿੱਤਰ ਲਫ਼ਜ਼ ਆ ਗਿਆ, ਉਹ ਕੀ ਜਿਹੜੇ ਦਲਿਤ ਲੋਕ ਨੇ ਜਾਂ ਜਿਹੜਾ ਬਹੁਜਨ ਸਮਾਜ ਪਾਰਟੀ ਦੇ ਮੈਂਬਰ ਨੇ, ਉਹ ਪਵਿੱਤਰ ਨਹੀਂ, ਉਹ ਦੇਸ਼ ਦਾ ਅੰਗ ਨਹੀਂ, ਇਸ ਸਮਾਜ ਦਾ ਅੰਗ ਨਹੀਂ। ਔਰ ਸਭ ਤੋਂ ਵੱਡੀ ਗੱਲ ਇਹ ਮੈਨੂੰ ਲੱਗਦੀ ਹੈ ਕਿ ਬਿੱਟੂ ਜੀ ਜਿਹੜਾ ਬਿਆਨ ਦਿੱਤਾ, ਇਹ ਇਸ ਕਰਕੇ ਦਿੱਤਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗਠਬੰਧਨ ਹੋਇਆ ਤੇ ਕਾਂਗਰਸ ਦੀ ਜਿਹੜੀ ਪੈਰਾਂ ਤੋਂ ਜ਼ਮੀਨ ਨਿਕਲੀ ਆ, ਉਹਦੇ ਕਰਕੇ ਘਬਰਾਹਟ ਵਿੱਚ ਆ ਕੇ ਬਿਆਨ ਦਿੱਤਾ ਗਿਆ। ਇਹ ਕੁਝ ਹੋਰ ਸੋਚਦੇ ਸੀ ਤੇ ਬਣ ਗਿਆ ਕੁਝ ਹੋਰ। ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਬਿੱਟੂ ਜੀ ਨੇ ਜਿਹੜਾ ਬਿਆਨ ਦਿੱਤਾ ਬਹੁਤ ਮੰਦਭਾਗਾ। ਇਹਨੂੰ ਸਾਰੀ ਜਿਹੜੀ ਸਾਡੀ ਕਮਿਊਨਿਟੀ ਆ, ਸਾਡਾ ਸਮਾਜ ਆ, ਉਹ ਕਦੇ ਬਰਦਾਸ਼ਤ ਨਹੀਂ ਕਰੂਗਾ। ਔਰ ਅਸੀਂ ਉਧਰ ਦੀ ਗੱਲ 4-5 ਦਿਨ ਤੋਂ ਗੱਲ ਕਰ ਰਹੇ ਹਾਂ। ਬਿੱਟੂ ਜੀ ਨੇ ਇੱਕ ਵਾਰੀ ਵੀ ਉਹ ਤੋਂ ਬਾਅਦ ਕਿਤੇ ਇਸ ਗੱਲ ਦੀ ਮਾਫੀ ਨਹੀਂ ਮੰਗੀ, ਨਾ ਕਾਂਗਰਸ ਪਾਰਟੀ ਨੇ ਮਾਫੀ ਮੰਗੀ ਆ ਕਿ ਇਹ ਸਾਡਾ ਕੋਈ ਨਹੀਂ, ਉਹਦਾ ਨਿੱਜੀ ਬਿਆਨ ਹੋ ਸਕਦਾ। ਸਗੋਂ ਇਹ ਗੱਲਾਂ ਕਹਿ ਦੇਣੀਆਂ ਕਿ ਜੀ ਇੱਥੋਂ ਬੀਐਸਪੀ ਨੂੰ ਛੱਡਤੀ। ਅਨੰਦਪੁਰ ਸਾਹਿਬ ਦੀ ਸੀਟ ਅਸੀਂ ਸਾਹਮਣੇ ਜਨਰਲ ਆ ਕਿ ਬੀਐਸਪੀ ਪਰ ਜਨਰਲ ਕਹਿਣਾ ਕਰੀਦਾ, ਕੋਈ ਉਮੀਦਵਾਰ ਉੱਥੇ ਆ ਸਕਦਾ? ਹੋ ਸਕਦਾ ਉੱਥੇ ਕੋਈ ਸਰਦਾਰ, ਕੋਈ ਸਿੱਖ ਉੱਥੇ ਕੈਂਡੀਡੇਟ ਬਣੇ। ਇੱਕ ਸਵਾਲ ਵੱਡਾ ਇਹ ਆ ਕਿ ਮੈਂ ਬਿੱਟੂ ਜੀ ਨੂੰ ਪੁੱਛਣਾ ਚਾਹੁੰਦਾ, ਤੁਸੀਂ ਮੈਂਬਰ ਪਾਰਲੀਮੈਂਟ ਅਨੰਦਪੁਰ ਸਾਹਿਬ ਤੋਂ ਜਿਹੜਾ ਦਿੱਤਾ ਤੁਹਾਡਾ ਤਿਵਾੜੀ ਜੀ, ਕੀ ਉਹ ਜ਼ਿਆਦਾ ਪਵਿੱਤਰ ਆ? ਕੀ ਉਹ ਗੁਰਸਿੱਖ ਆ?
ਜਾਂ ਜਿਹੜੇ ਤੁਹਾਡੇ ਤੋਂ ਮੌਜੂਦਾ MLA ਆ ਰਾਣਾ KP ਜੀ, ਜਿਹੜੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ, ਕਿ ਉਹ ਸਰਦਾਰ ਨੇ, ਸਿੱਖ ਨੇ। ਸੋ ਇਹੋ ਜਿਹੀਆਂ ਗੱਲਾਂ ਉਸ ਪਰਿਵਾਰ ਵੱਲੋਂ ਆਉਣੀਆਂ ਜਿਹੜਾ ਪਰਿਵਾਰ ਰਾਜਨੀਤੀ ਨਾਲ ਜੁੜਿਆ, ਲੰਬੇ ਸਮੇਂ ਤੋਂ ਜੁੜਿਆ ਆ। ਇਹਦਾ ਮਤਲਬ ਇਹ ਆ ਕਿ ਇਹ ਜਾਣਬੁੱਝ ਕੇ ਬਿਆਨ ਦਿੱਤਾ ਗਿਆ, ਇਹ ਲੋਕਾਂ ਨੂੰ ਭੰਬਲ ਭੁੱਸੇ 'ਚ ਪਾਉਣ ਵਾਲਾ ਬਿਆਨ ਆ, ਔਰ ਇਹਦੇ ਪਿੱਛੇ ਕਾਂਗਰਸ ਦੀ ਜਿਹੜੀ ਮਾਨਸਿਕਤਾ ਆ ਉਹ ਨਜ਼ਰ ਆਉਂਦੀ ਆ। ਔਰ ਦੁੱਖ ਇਹ ਆ ਕਿ ਹੁਣ ਤੱਕ ਨਾ ਕਾਂਗਰਸ ਪ੍ਰਧਾਨ ਨੇ ਕੋਈ ਬਿਆਨ ਦਿੱਤਾ, ਨਾ ਪੰਜਾਬ ਦੇ ਮੁੱਖ ਮੰਤਰੀ ਨੇ ਕੋਈ ਬਿਆਨ ਦਿੱਤਾ, ਨਾ ਮੁੜ ਕੇ ਬਿੱਟੂ ਜੀ ਨੇ ਕੋਈ ਬਿਆਨ ਦਿੱਤਾ। ਠੰਡਲ ਸਾਹਿਬ, ਰਵਨੀਤ ਬਿੱਟੂ ਇਹ ਕਹਿੰਦੇ ਨੇ ਕਿ ਮੈਂ ਬਸਪਾ ਕਿਹਾ। ਬਸਪਾ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਸਾਰਾ ਦਲਿਤ ਭਾਈਚਾਰਾ ਹੀ ਜੁੜ ਗਿਆ, ਮੈਂ ਬਸਪਾ ਨੂੰ ਕਿਹਾ, ਨਾ ਕਿ ਦਲਿਤਾਂ ਨੂੰ ਕਿਹਾ। ਇਸ ਗੱਲ ਦਾ ਰੋਸ ਜਾਂ ਵਿਰੋਧ ਤੁਸੀਂ ਜੋੜ ਕੇ ਦਲਿਤਾਂ ਨਾਲ ਕਿਉਂ ਦੇਖ ਰਹੇ ਹੋ? ਦੇਖੋ ਕਿ ਬਸਪਾ ਅੱਜ ਜਿਹੜੀ ਸ਼੍ਰੋਮਣੀ ਅਕਾਲੀ ਦਲ ਨਾਲ ਅਲਾਇੰਸ ਹੋ ਗਿਆ, ਸਾਡੀ ਹੁਣ ਭਾਈਵਾਲ ਪਾਰਟੀ ਬਣ ਗਈ। ਅਸੀਂ ਮੰਚ ਵੀ ਇਕੱਠਾ ਸ਼ੇਅਰ ਕੀਤਾ, ਸਾਡੀਆਂ ਸਾਰੀਆਂ ਲੜਾਈ ਅਸੀਂ ਇਕੱਠੀਆਂ ਲੜਨੀ ਆ। ਇਹਦਾ ਮਤਲਬ ਇਹ ਹੈ ਕਿ ਬਸਪਾ ਜਿਹੜੀ ਆ ਉਹ ਪਵਿੱਤਰ ਨਹੀਂ ਆਉਂਦੀ, ਗਲਤਾਂ 'ਚ ਮੁੱਦਾ ਜਾ ਆ। ਉਹਦੀ ਜਿਹੜੀ ਭਾਵਨਾ ਆ ਉਹ ਇਹ ਸਾਫ਼ ਕਲੀਅਰ ਹੈ ਕਿ ਬਿੱਟੂ ਜੀ ਇਹ ਸਮਝਦੇ ਆ ਕਿ ਮੈਂ ਉੱਚੀ ਜਾਤ ਦਾ ਆ, ਮੈਂ ਪਵਿੱਤਰ ਆ, ਤੇ ਜਿਹੜੇ ਬਾਕੀ ਲੋਕ ਉਹ ਪਵਿੱਤਰ ਨਹੀਂ ਹੈਗੇ। ਸੋ ਇਸ ਕਰਕੇ ਇਹ ਬਿੱਟੂ ਜੀ ਨੂੰ ਇਹਨਾਂ ਗੱਲਾਂ ਦਾ ਜਿਹੜਾ ਮੁਖਿਆਮਾਜਾ ਭੁਗਤਣਾ ਪੈਣਾ, ਉਹ ਸਮੁੱਚੀ ਕਾਂਗਰਸ ਨੂੰ ਭੁਗਤਣਾ ਪੈਣਾ। ਇਹ ਗੱਲ ਹੁਣ ਠੰਡੀ ਨਹੀਂ ਪੈਣੀ। ਔਰ ਕਾਂਗਰਸ ਦੇ ਜਿਹੜੇ, ਮੈਂ ਦੁਬਾਰਾ ਫੇਰ ਗੱਲ ਕਰਨੀ ਚਾਹੁੰਦਾ ਕਿ ਸੀਨੀਅਰ ਲੀਡਰਸ਼ਿਪ ਆ ਉਹ ਕਿਉਂ ਚੁੱਪ ਆ, ਉਹ ਕਿਉਂ ਇਸ ਗੱਲ ਦੇ ਉੱਪਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਕਿ ਇਹ ਬਿੱਟੂ ਜੀ ਨੇ ਗੱਲ ਕਹੀ ਹੈ ਜਾਂ ਸੌਰੀ ਮੰਗਣੀ ਹੈ, ਕੋਈ ਗੱਲ ਕਰਨੀ ਹੈ। ਇਸ ਕਰਕੇ ਕਾਂਗਰਸ ਜਿਹੜੀ ਆ ਉਹ ਬਿਲਕੁਲ 4.5 ਸਾਲ ਦੇ ਵਿੱਚ ਪੰਜਾਬ ਵਿੱਚ ਫੇਲ ਹੋਈ ਆ। ਅੱਜ ਆਪਣੀਆਂ ਨਾਕਾਮੀਆਂ ਛਪਾਉਣ ਲਈ ਤਾਂ ਉਹਦੀਆਂ ਗੱਲਾਂ ਕਰਕੇ ਜਿਹੜਾ ਲੋਕਾਂ ਨੂੰ ਭੜਕਾ ਰਿਹਾ ਆ। ਠੀਕ ਹੈ, ਪਰ ਸ਼੍ਰੋਮਣੀ ਅਕਾਲੀ ਦਲ ਸੰਘੇੜਾ ਸਾਹਿਬ ਤੋਂ ਇੱਕ ਰਿਪਲਾਈ ਲਈਏ, ਫਿਰ ਅੱਗੇ ਵਧਦੇ। ਸੰਘੇੜਾ ਸਾਹਿਬ 22 ਦੇ ਵਿੱਚ ਵੱਡੀ ਜਿਹੜੀ ਜਿੱਤ ਲੈ ਕੇ ਜਾਊਗਾ। ਠੀਕ ਹੈ ਸੰਘੇੜਾ ਸਾਹਿਬ, ਤੁਹਾਨੂੰ ਇਸ ਮੁੱਦੇ ਤੇ ਕੀ ਨਜ਼ਰ ਆਉਂਦਾ ਕਿ ਆਪਾਂ ਨੂੰ ਘੱਟੋ ਘੱਟ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਦੀ ਬਰਾਦਰੀ ਪ੍ਰਤੀ ਇੱਦਾਂ ਦੀ ਸ਼ਬਦਾਵਲੀ ਤੋਂ ਪਰਹੇਜ਼ ਰੱਖਣਾ ਚਾਹੀਦਾ? ਸਾਡੀ ਤਾਂ ਸਿਆਸਤ ਪਹਿਲਾਂ ਹੀ ਇੰਨੀ ਗੰਦਲੀ ਹੋਈ ਪਈ ਹੈ, ਅਸੀਂ ਹੋਰ ਉਹਨੂੰ ਕਿੱਥੇ ਪਾਸੇ ਲੈ ਕੇ ਜਾ ਰਹੇ ਹਾਂ, ਇਹ ਸਮਝ ਤੋਂ ਬਾਹਰ ਹੈ। ਬੜੇ ਦੁੱਖ ਦੀ ਗੱਲ ਹੈ ਹਰਪ੍ਰੀਤ ਸਿੰਘ ਜੀ, ਜੋ ਰਵਨੀਤ ਬਿੱਟੂ ਹੁਣਾਂ ਨੇ ਬਿਆਨ ਦਿੱਤਾ ਆ, ਸਟੇਟਮੈਂਟ ਦਿੱਤੀ ਹੈ। ਵੈਸੇ ਤਾਂ ਪਹਿਲਾਂ ਵੀ ਇਹ ਇਤਰਾਜ਼ਯੋਗ ਗੱਲਾਂ ਕਰਦੇ ਰਹੇ, ਪਰ ਜਿਹੜੀ ਇਹ ਸਟੇਟਮੈਂਟ ਹੈ ਇਹਦੇ ਤੋਂ ਇੱਕ ਚੀਜ਼ ਸਪਸ਼ਟ ਹੋ ਜਾਂਦੀ ਹੈ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਦੇ ਕੀ ਭਰਿਆ ਹੋਇਆ, ਕੀ ਉਹਨਾਂ ਦੇ ਉਹ ਨਫ਼ਰਤ, ਘ੍ਰਿਣਾ ਇੱਕ ਲੋਕਾਂ ਲਈ ਇੱਕ ਖਾਸ ਤਰ੍ਹਾਂ ਨਾਲ ਭਰੀ ਹੋਈ ਆ। ਔਰ ਇਹ ਆਪਣੇ ਘਰ ਦੇ ਵਿੱਚ ਜਾਂ ਆਪਣੇ ਬੈਡਰੂਮ 'ਚ, ਡਰਾਇੰਗ ਰੂਮ 'ਚ ਜਾਂ ਆਪਣੇ ਭਾਈਚਾਰੇ 'ਚ ਕਾਂਗਰਸੀ ਜਿਹੜੇ ਆ ਦੂਸਰੀਆਂ ਪਾਰਟੀਆਂ ਦੇ ਲੋਕਾਂ ਬਾਰੇ ਕਿਸ ਤਰ੍ਹਾਂ ਗੱਲਾਂ ਕਰਦੇ ਆ। ਇਹ ਜਿਹੜਾ ਇਹਨਾਂ ਨੇ ਸਪਸ਼ਟੀਕਰਨ ਵੀ ਦਿੱਤਾ ਆ, ਉਹ ਵੀ ਇੱਕ ਤਰ੍ਹਾਂ ਨਾਲ ਆਪਣੀ ਪਹਿਲੀ ਸਟੇਟਮੈਂਟ ਦੀ ਪੁਸ਼ਟੀ ਕੀਤੀ ਆ। ਜੇ ਇਹ ਕਹਿ ਦਿੰਦੇ ਬਿਲਕੁਲ ਪੁਸ਼ਟੀ ਕਰ ਰਹੇ ਆ, ਜੇ ਤੁਸੀਂ BSP ਨੂੰ ਕਹਿੰਦੇ ਹੋ ਕਿ ਪਵਿੱਤਰ ਨਹੀਂ ਹੈ ਤਾਂ ਸੇਮ ਚੀਜ਼ ਹੈ। ਬਹੁਤ ਗਿਣਤੀ ਬਹੁਜਨ ਸਮਾਜ ਦੇ ਪਾਰਟੀ ਦੀ ਜਿਹੜੀ ਹੈ ਸਾਰਿਆਂ ਨੂੰ ਪਤਾ ਹੈ ਕਿ ਕੌਣ ਨੇ। ਜੇ ਸ਼੍ਰੋਮਣੀ ਅਕਾਲੀ ਦਲ ਭਾਵੇਂ ਅਜੇ ਤੱਕ ਹੁਣ ਮਤਲਬ ਹਿੰਦੂਆਂ ਨੂੰ ਵੀ ਕਾਫੀ ਸ਼ਾਮਿਲ ਕੀਤਾ ਗਿਆ, ਪਰ ਫੇਰ ਵੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਗਿਣੀ ਜਾਂਦੀ ਹੈ। ਸੋ ਇਹਨਾਂ ਨੇ ਬਹੁਤ ਬਹੁਤ ਮਾੜਾ ਇਹ ਕੀਤਾ ਹੈਗਾ। ਦੇਖੋ ਸੰਵਿਧਾਨ ਦੇ ਅਨੁਸਾਰ ਵੀ, ਕਾਨੂੰਨ ਦੇ ਅਨੁਸਾਰ ਵੀ ਇਹ ਜਿਹੜੀ ਬਿਲਕੁਲ ਹੀ ਇਹ ਚੀਜ਼ ਨੂੰ ਭੇਦਭਾਵ ਇਹ ਨਹੀਂ ਹੋਣਾ ਚਾਹੀਦਾ ਜੋ ਉਦਾਹਰਨਾਂ ਠੰਡਲ ਸਾਹਿਬ ਨੇ ਦਿੱਤੀਆਂ। ਇਹ ਲੱਗਦਾ ਤੁਹਾਨੂੰ ਕਿ ਇੱਕ ਵਿਅਕਤੀ ਦੀ ਟਿੱਪਣੀ ਹੋ ਸਕਦੀ ਹੈ, ਨਿੱਜੀ ਕੈਪੈਸਿਟੀ ਦੇ ਵਿੱਚ ਉਹਨਾਂ ਨੇ ਟਿੱਪਣੀ ਦਿੱਤੀ ਹੋਵੇ, ਇਹਦਾ ਸਾਰਾ ਬਲੇਮ ਸਾਰੀ ਪਾਰਟੀ ਦੇ ਉੱਤੇ ਆਣਾ ਜਾਂ ਸਾਰਾ ਬਲੇਮ ਕਰਨਾ ਜਾਇਜ਼ ਹੈ? ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਇੱਕ ਕ੍ਰਿਮੀਨਲ ਅਫੈਂਸ ਹੈ। ਨਿੱਜੀ ਤਾਂ ਉਹਨਾਂ ਤੇ ਆਉਂਦਾ ਹੀ ਆ, ਭਾਵੇਂ ਪਾਰਟੀ ਵੱਲੋਂ ਹੈ ਜਾਂ ਨਹੀਂ ਹੈ, ਪਰ ਇਹ ਸ਼ਰੇਆਮ ਸ਼੍ਰੋਮਣੀ ਅਕਾਲੀ ਦਲ ਤੇ ਵਿਰੁੱਧ ਨਹੀਂ ਬੋਲਿਆ ਗਿਆ, ਕਿਉਂਕਿ BSP ਦੇ ਵਿਰੁੱਧ ਬੋਲਿਆ ਗਿਆ ਤੇ ਕਾਂਗਰਸ ਪਾਰਟੀ ਜਿਹੜੀ ਆ ਉਹਦੀ ਪੂਰੀ ਤੇ ਬਲੇਮ ਆਉਂਦਾ। ਤੁਸੀਂ ਮੈਨੂੰ ਇੱਕ ਲੀਡਰ ਦੱਸ ਦਿਓ, ਛੋਟਾ ਜਾਂ ਵੱਡਾ, ਜਿਨ੍ਹਾਂ ਨੇ ਇਸ ਗੱਲ ਦੀ ਤਰਦੀਦ ਕੀਤੀ ਹੋਵੇ ਜਾਂ ਇਹਨੂੰ ਸੰਮਣ ਕੀਤਾ ਹੋਵੇ, ਇਹਨੂੰ ਤਾੜਨਾ ਕੀਤੀ ਹੋਵੇ, ਅੱਗੇ ਤੋਂ ਨਹੀਂ ਬੋਲਣਾ। ਪ੍ਰਾਈਮਾ ਫੇਸ਼ਾ ਹੀ ਦਿਸਦਾ ਆ, ਪ੍ਰਾਈਮਾ ਫੇਸ਼ਾ ਹੀ ਦਿਸਦਾ ਆ ਕਿ ਗਲਤ ਬੋਲ ਰਿਹਾ ਇਹ ਰਵਨੀਤ ਬਿੱਟੂ। ਨਾਲੇ ਇਹ ਕੋਈ ਦੁੱਧ ਚੁੰਗਦਾ ਬੱਚਾ ਨਹੀਂ ਹੈਗਾ। ਕਿੰਨੀ ਵਾਰੀ MP ਬਣ ਚੁੱਕੇ ਆ, ਕਿੰਨੀ ਵਾਰੀ ਆਪਣੀ ਧੌਂਸ ਜਮਾਉਣ ਲਈ ਕਿੱਦਾਂ ਦੀਆਂ ਹੋਰ ਇੰਨੀਆਂ ਗੱਲਾਂ ਕਰਦੇ ਆ, ਇੰਨੇ ਪੰਗੇ ਲੈ ਚੁੱਕੇ ਆ। ਇਹਨਾਂ ਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਵੀ ਕਿਹੜੀ ਚੀਜ਼ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਹੈ। ਕੀ ਗੱਲ BSP ਦੇ ਜਿਹੜੇ ਆਗੂ ਹੈ ਉਹ ਬੰਦੇ ਨਹੀਂ ਹੈ? BSP ਦੇ ਵਰਕਰ ਬੰਦੇ ਨਹੀਂ ਹੈ? ਉਹਨਾਂ ਤੋਂ ਬਿਨਾਂ ਤੁਹਾਡਾ ਸਰ ਜਾਊਗਾ? ਇਹ ਮਤਲਬ ਬਿਲਕੁਲ ਗਲਤ ਗੱਲ ਹੈ। ਸੰਵਿਧਾਨ ਦੇ ਵਿੱਚ ਸਾਡੇ ਪਰਿਵਾਰਾਂ 'ਚ ਹੈ ਹੀ ਨਹੀਂ ਇਹ। ਸਾਡੇ ਪਰਿਵਾਰਾਂ 'ਚ ਉਸ ਬੰਦੇ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਆ ਜਿਹੜਾ ਬੰਦਾ ਇਦਾਂ ਦੀ ਭਾਵਨਾ ਆਪਣੇ ਦਿਮਾਗ 'ਚ ਰੱਖਦਾ ਆ। ਅਸੀਂ ਕਹਿੰਦੇ ਉਹਦੇ ਦਿਮਾਗ ਨੂੰ ਜੰਗਾਲ ਲੱਗਿਆ ਹੋਇਆ। ਅਸੀਂ ਮਤਲਬ ਜਿਹੜਾ ਇਹ ਅੰਦਰੋਂ ਸੋਚਦਾ ਕਿਸੇ ਦੀ ਦਾ ਬੰਦਾ ਪਤਾ ਲੱਗਦਾ। ਮੈਂ ਤਾਂ ਇਹ ਕਹਿੰਦਾ ਜਿਹੜਾ ਆਪਾਂ ਕਹੀ ਜਾਂਦੇ ਹਾਂ ਜੀ ਦਲਿਤ ਸਮਾਜ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ, ਸਾਡੀਆਂ ਭਾਵਨਾਵਾਂ ਨਾਲ ਵੀ ਖਿਲਵਾੜ ਹੈ। ਅਸੀਂ ਸਿੱਖ ਹਾਂ, ਮੈਨੂੰ ਉਹ ਬੰਦਾ ਬਹੁਤ ਬੁਰਾ ਲੱਗਦਾ ਜਿਹੜਾ ਕਹਿੰਦਾ ਰਵਿਦਾਸੀਏ ਸਿੱਖ ਤੇ ਜੱਟ ਸਿੱਖ ਤੇ ਫਲਾਣੇ ਸਾਰੇ ਇੱਕ ਨੇ, ਹਿੰਦੂ ਵੀ ਸਾਡੇ ਭਰਾ ਨੇ, ਮੁਸਲਮਾਨ
ਮੁਸਲਮਾਨ ਵੀ ਸਾਡੇ ਭਰਾ ਨੇ, ਈਸਾਈ ਵੀ ਸਾਡੇ ਭਰਾ ਨੇ, ਧਰਮ ਵੱਖਰਾ ਵੱਖਰਾ, ਇਨਸਾਨ ਆਪਣੇ ਕੰਮਾਂ ਨਾਲ ਪਰਖਿਆ ਜਾਂਦਾ। ਇਦਾਂ ਹੀ ਰਵਨੀਤ ਬਿੱਟੂ ਤੇ ਇਹਦੇ ਦਾਦਾ ਜੀ ਮੁੱਖ ਮੰਤਰੀ ਬੇਅੰਤ ਸਿੰਘ, ਉਹਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ। ਇੱਕ ਨੌਜਵਾਨ, ਵੱਡੇ ਵਰਗ ਦੇ ਨੌਜਵਾਨਾਂ ਦਾ ਕਤਲੇਆਮ ਕਰਕੇ ਸਫਾਇਆ ਕੀਤਾ ਹਰਪ੍ਰੀਤ ਜੀ ਪੰਜਾਬ ਚੋਂ। 10 ਸਾਲ ਦੇ ਵਿੱਚ ਨਵੀਂ ਜਨਰੇਸ਼ਨ ਆ ਜਾਂਦੀ ਹੈ, ਜਿਹੜਾ ਬੱਚਾ 4 ਸਾਲ ਦਾ 14 ਸਾਲ ਦਾ ਜਵਾਨ ਹੋ ਜਾਂਦਾ। ਇਹਨਾਂ ਨੇ 14 ਸਾਲ ਤੋਂ ਲੈ ਕੇ 23 25 28 ਸਾਲ ਤੱਕ ਮੁੰਡੇ ਮਾਰ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ। ਅਸੀਂ ਨਹੀਂ ਕਹਿੰਦੇ ਕਿ ਜੁਰਮਾਂ ਜੇਲ੍ਹਾਂ 'ਚ ਪਾਓ, ਤੁਸੀਂ ਆਪਣਾ ਉਹਦੇ ਮੁਕੱਦਮੇ ਚਲਾਓ, ਇਹਨਾਂ ਨੇ ਜੇਲ੍ਹਾਂ 'ਚੋਂ ਕੱਢ ਕੇ ਮੁੰਡੇ ਮਾਰੇ ਆ। ਸੰਗੜਾ ਸਾਹਿਬ, ਮੈਂ 1 ਮਿੰਟ ਆਇਆ। ਬਲੀਵਾਲ ਸਾਹਿਬ, ਤੁਸੀਂ ਇਹ ਨੋਟ ਕਰ ਲਿਓ ਕਿ ਸਿਆਸੀ ਇਤਫਾਕ ਜਿੰਨੇ ਮਰਜ਼ੀ ਹੋਣ ਪਾਰਟੀਆਂ ਦੇ, ਪਰ ਇਸ ਮੁੱਦੇ ਤੇ ਘੱਟੋ ਘੱਟ ਵਿਰੋਧੀ ਤਰ੍ਹਾਂ ਜ਼ਰੂਰ ਇੱਕ ਮਤ ਨੇ ਕਿ ਕਿਸੇ ਜਾਤ, ਕਿਸੇ ਕੌਮ, ਕਿਸੇ ਬਰਾਦਰੀ ਬਾਰੇ ਇੰਨਾ ਕੁਝ ਬੋਲਿਆ ਜਾਂਦਾ। 1 ਮਿੰਟ ਦੇ ਦਿਓ ਮੈਨੂੰ ਸਿਰਫ, ਮੈਂ ਗੁਮਟਾਲਾ ਸਾਹਿਬ ਤੋਂ ਵੀ ਰਿਐਕਸ਼ਨ ਲੈਣਾ, ਫਿਰ ਤੁਹਾਡੇ ਤੋਂ ਅਖੀਰ ਚ ਲਾਂਗੇ। ਗੁਮਟਾਲਾ ਸਾਹਿਬ, ਸਵਾਲ ਇਹ ਖੜਾ ਹੁੰਦਾ ਹੈ ਕਿ ਜਿਵੇਂ ਰਵਨੀਤ ਬਿੱਟੂ ਹੋਰੀ ਹੁਣ ਆਪਣਾ ਬਿਆਨ ਦੇ ਰਹੇ ਨੇ, ਆਪਣਾ ਪ੍ਰਤੀਕਰਮ ਦੇ ਰਹੇ ਨੇ ਕਿ ਮੇਰਾ ਕਹਿਣ ਦਾ ਮਤਲਬ ਕੁਝ ਹੋਰ ਸੀ, ਮਤਲਬ ਕੁਝ ਹੋਰ ਕੱਢਿਆ ਗਿਆ। ਤੁਸੀਂ ਵੀ ਡਿਮਾਂਡ ਕਰਦੇ ਸੀਗੇ ਕਿ ਮਾਫੀ ਮੰਗੀ ਜਾਵੇ, ਉਹਨਾਂ ਨੇ ਮਾਫੀ ਨਹੀਂ ਮੰਗੀ, ਆਪਣਾ ਸਪਸ਼ਟੀਕਰਨ ਉਹਨਾਂ ਨੇ ਜ਼ਰੂਰ ਦੇ ਦਿੱਤਾ ਕਿ ਮੈਂ ਇਹ ਨਹੀਂ ਕਹਿਣਾ ਸੀ, ਦਾ ਮਤਲਬ ਕੁਝ ਹੋਰ ਕੱਢਿਆ ਗਿਆ। ਮੈਂ ਸਮਝਦਾ ਆ ਜੀ ਜੀ, ਇਹਨਾਂ ਦਾ DNA ਜਿਹੜਾ ਨਾ ਗੰਦਾ ਆ, ਕਿਉਂਕਿ ਇਹਦੇ ਦਾਦਾ ਜੀ ਨੇ, ਹਾਂਜੀ ਹਰਪ੍ਰੀਤ ਜੀ, ਮੈਂ ਸਮਝਦਾ ਵੀ ਇਹਨਾਂ ਦਾ DNA ਗੰਦਾ ਆ। ਇਹਨਾਂ ਦੇ ਦਾਦੇ ਨੇ ਕਿੰਨੇ ਸਿੱਖ ਨੌਜਵਾਨਾਂ ਦਾ ਕਤਲ ਕਰਾ ਕੇ ਤੇ ਪੰਜਾਬ ਦਾ ਬੇੜਾ ਗਰਕ ਕੀਤਾ। ਅੱਜ ਇਹ ਫਿਰ ਅਜਿਹੇ ਬਿਆਨ ਦੇ ਕੇ ਸਾਡੇ ਐਸਟੀ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ। ਖਾਸ ਕਰਕੇ ਸਾਡੇ ਐਸਟੀ ਸਮਾਜ ਦਾ ਸ੍ਰੀ ਅਨੰਦਪੁਰ ਸਾਹਿਬ ਨਾਲ, ਸ੍ਰੀ ਚਮਕੌਰ ਸਾਹਿਬ ਨਾਲ ਬੜਾ ਗੂੜਾ ਰਿਸ਼ਤਾ ਆ ਤੇ ਬੜੀ ਸਾਡੀ ਸਿੱਖੀ ਇਤਿਹਾਸ ਨਾਲ ਜਿਹੜੇ ਆ ਸਾਡੇ ਜੁੜਿਆ ਹੋਇਆ ਆ। ਇਹਨੂੰ ਇਹ ਬੇਵਕੂਫ ਨੂੰ ਇਹ ਨਹੀਂ ਪਤਾ ਵੀ ਮੈਂ ਜਿਨ੍ਹਾਂ ਨੂੰ ਕਹਿ ਰਿਹਾ ਆ ਉਹ ਤੇ ਵਾਰਸ ਆ ਸਿੱਖੀ ਦੇ, ਤੇ ਸਿੱਖੀ ਦੇ ਤਾਂ ਉਹ ਮਾਲਕ ਹੈਗੇ ਆ, ਸਿੱਖੀ ਦਾ ਇਤਿਹਾਸ ਉਹਦੇ ਨਾਲ ਜੁੜਿਆ ਹੋਇਆ। ਤੇ ਮੈਂ ਉਹਨਾਂ ਨੂੰ ਇਹ ਕੀ ਕਹਿ ਰਿਹਾ, ਇਹਦੀ ਗੰਦੀ ਸੋਚ ਨੇ ਪੰਜਾਬ ਦੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ। ਮੈਂ ਸਾਡੇ ਭਾਰਤੀ ਜਨਤਾ ਪਾਰਟੀ ਨੇ ਕੱਲ ਨੈਸ਼ਨਲ ਕਮਿਸ਼ਨ ਸ੍ਰੀ ਵਿਜੇ ਸਾਂਪਲਾ ਜੀ ਨੂੰ ਇਹਦੇ ਪ੍ਰਤੀ ਦਰਖਾਸਤ ਦਿੱਤੀ ਆ। ਇਹਦੇ ਤੇ SC ਦਾ ਪਰਚਾ ਹੋਣਾ ਚਾਹੀਦਾ ਆ, ਉਹ 295A ਦਾ ਪਰਚਾ ਹੋਣਾ ਚਾਹੀਦਾ ਆ। ਸਾਡੀ ਭਾਵਨਾ ਨੂੰ ਠੇਸ ਪਹੁੰਚਾਈ ਜਾਂਦੇ, ਇਹਦੀ ਗੰਦੀ ਸੋਚ ਨੇ ਪੰਜਾਬ ਦਾ ਬੇੜਾ ਗਰਕ ਕਰਨ ਵਾਲੀ ਕੋਸ਼ਿਸ਼ ਕੀਤੀ ਆ। ਹਮੇਸ਼ਾ ਹੀ ਇਹ ਭੱਦੇ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਆ। ਇਹ MP ਪਰ ਇਹਨੂੰ ਬਣਾ ਕੇ ਨਹੀਂ ਦਿੱਤਾ, ਇਹਨੂੰ ਪੱਠੇ ਪਾਉਣ ਰੱਖਣਾ ਚਾਹੀਦਾ ਇਸ ਬੰਦੇ ਨੂੰ। ਚਲੋ ਸੰਤੋਖ ਸਿੰਘ ਇਹੋ ਜਿਹੇ ਬਿਆਨ ਇੱਕ ਮਿੰਟ ਆਇਆ, ਮੈਂ ਪ੍ਰਿਤਪਾਲ ਸਿੰਘ, ਇਹ ਐਸੀ ਨੂੰ ਸਿੱਖ ਨਹੀਂ ਸਮਝਦਾ, ਬਲੀਵਾਲ ਹੋਰਾਂ ਤੋਂ ਰਿਐਕਸ਼ਨ ਲਈ ਸਰਕਾਰੀ ਸਮਝਦਾ। ਠੀਕ ਹੈ, ਜਿੰਨਾ ਮੈਂ 1 ਮਿੰਟ ਆਇਆ ਜੀ, ਪ੍ਰਿਤਪਾਲ ਸਿੰਘ ਬਲੀਵਾਲ ਤੋਂ ਇਹਦਾ ਰਿਐਕਸ਼ਨ ਲੈ ਲਿਆ। ਹਾਂਜੀ ਬਲੀਵਾਲ ਸਾਹਿਬ, ਤੁਸੀਂ ਸਾਰੇ ਪਾਰਟੀਆਂ ਦੇ ਨੁਮਾਇੰਦਿਆਂ ਦੀ ਪ੍ਰਤੀਕਰਮ ਸੁਣ ਲਏ ਨੇ, ਹੋ ਸਕਦਾ ਆਪੇ ਤੋਂ ਬਾਹਰ ਵੀ ਕੁਝ ਹੋਏ ਹੋਣ, ਕਿਉਂਕਿ ਉਹ ਕਹਿੰਦੇ ਨੇ ਕਿ ਭਾਵਨਾਵਾਂ ਆਹਤ ਹੋਈਆਂ ਨੇ। ਔਰ ਉਸ ਧਰਤੀ ਬਾਰੇ ਗੱਲ ਕੀਤੀ ਗਈ ਹੈ, ਸ੍ਰੀ ਅਨੰਦਪੁਰ ਸਾਹਿਬ ਬਾਰੇ, ਜਿੱਥੋਂ ਇਹ ਫਲਸਫਾ ਸ਼ੁਰੂ ਹੋਇਆ ਸੀ ਸਿੱਖੀ ਦਾ, ਜਿੱਥੋਂ ਖਾਲਸੇ ਦਾ ਜਨਮ ਹੋਇਆ, ਜਿੱਥੋਂ ਜਾਤ ਬਰਾਦਰੀ ਸਭ ਖਤਮ ਹੋ ਗਈ, ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਇਨ ਸਿੱਖਣ ਕੋ ਦਊ ਪਾਤਸ਼ਾਹੀ। ਅਸੀਂ ਉਹਦੇ ਤੇ ਸਵਾਲ ਚੁੱਕ ਰਹੇ ਹਾਂ ਕਿ ਉਸ ਧਰਤੀ ਤੇ ਪਵਿੱਤਰ ਅਪਵਿੱਤਰ ਦੀ ਭਾਵਨਾਵਾਂ ਦੇ ਵਿੱਚ ਵੰਡ ਰਹੇ ਹਾਂ ਉਹਨੂੰ। ਦੇਖੋ ਆਪਣਾ ਹਰਪ੍ਰੀਤ ਜੀ, ਜਿੱਥੋਂ ਤੱਕ ਪਵਿੱਤਰ ਧਰਤੀਆਂ ਦੀ ਗੱਲ ਹੈ, ਜਦੋਂ 117 ਸੀਟਾਂ ਦੇ ਵਿੱਚੋਂ ਕੁਝ ਸੀਟਾਂ ਦੇ ਪਿੱਛੇ ਸਾਹਿਬ ਲੱਗਿਆ ਹੋਇਆ, ਜਿਹਦੇ 'ਚ ਚਮਕੌਰ ਸਾਹਿਬ ਦੀ ਧਰਤੀ ਵੀ ਹੈ, ਅਨੰਦਪੁਰ ਸਾਹਿਬ ਦੀ ਧਰਤੀ ਵੀ ਹੈ, ਫਤਿਹਗੜ੍ਹ ਸਾਹਿਬ ਦੀ ਧਰਤੀ ਵੀ ਹੈ। ਇਹਨਾਂ ਸੀਟਾਂ ਦੇ ਮਹਾਨਤਾ ਹੈਗੀ ਹੈ, ਸਾਡੇ ਜਿਹੜੀ ਇਤਿਹਾਸ ਹੈ, ਸਿੱਖ ਇਤਿਹਾਸ ਉੱਥੇ ਨਾਲ ਜੁੜਿਆ ਹੋਇਆ। ਪਵਿੱਤਰ ਸੀਟਾਂ ਨੇ, ਪਵਿੱਤਰ ਮੰਨਦੇ ਵੀ ਆਪਾਂ ਇਸ ਚੀਜ਼ ਨੂੰ। ਸਾਰੀਆਂ ਸੀਟਾਂ ਦੇ ਉੱਪਰ ਇਹ ਚੀਜ਼ਾਂ ਨਹੀਂ ਹੈਗੀਆਂ, ਉੱਥੇ ਸਾਡੇ ਇਤਿਹਾਸ ਨੇ। ਜਿੱਥੋਂ ਤੱਕ ਗੱਲ ਰਵਨੀਤ ਸਿੰਘ ਬਿੱਟੂ ਦੀ ਗੱਲ ਆਉਂਦੀ ਹੈ, ਸਾਰੀਆਂ ਪਾਰਟੀਆਂ ਦੇ ਲੋਕ ਕਹਿ ਰਹੇ ਆ, ਕਾਂਗਰਸ ਪਾਰਟੀ ਨੇ ਇਹਦੇ ਉੱਪਰ ਕੋਈ ਕਮੈਂਟ ਨਹੀਂ ਕੀਤਾ। ਜਾਖੜ ਸਾਹਿਬ ਦੀ ਸਟੇਟਮੈਂਟ ਆਈ ਹੈ ਅੱਜ, ਉਹਨਾਂ ਨੇ ਇਹ ਗੱਲ ਬੜੀ ਕਲੀਅਰ ਕੀਤੀ ਹੈ ਕਿ ਇਸ ਚੀਜ਼ ਦਾ ਇਸ਼ੂ ਇੱਕ ਵਿਅਕਤੀਗਤ ਟਿੱਪਣੀ ਹੈ ਆਪਣੇ ਬਿੱਟੂ ਸਾਹਿਬ ਦੀ, ਇਹਦੋਂ ਉੱਪਰ ਕੁਝ ਨਹੀਂ। ਪਰ ਉਹਦੇ 'ਚ ਐਸੀ ਸਮਾਜ ਨੂੰ ਕਦੋਂ ਅਸੀਂ ਮਾੜਾ ਕਿਹਾ? ਮੈਨੂੰ ਇੱਕ ਗੱਲ ਬਾਰ-ਬਾਰ ਸਮਝ ਨਹੀਂ ਆਉਂਦੀ ਆ। ਮੇਰੇ ਗੁਮਟਾਲਾ ਸਾਹਿਬ ਜਿਹੜੇ ਬਿਠਾਏ ਨੇ ਤੁਸੀਂ ਬੀਜੇਪੀ ਵੱਲੋਂ ਹੀ ਨੇ ਨਾ, ਆਈ ਥਿੰਕ ਇਹ ਜੀ ਹਰਪ੍ਰੀਤ ਜੀ, ਹਾਂਜੀ ਇਹਨਾਂ ਨੇ ਸ਼ਬਦ ਸੁਣੋ ਕਿੰਨੇ ਵਧੀਆ ਸੀਗੇ ਹੁਣੇ, ਕਿੰਨੀ ਮਿੱਠੀ ਬੋਲੀ ਇਹਨਾਂ ਨੇ ਵਰਤੀ ਹੈ। DNA ਵੀ ਦੱਸਦਾ ਹੈ, ਉਹ DNA ਮੋਦੀ ਦਾ ਵੀ ਚੈੱਕ ਕਰਵਾ ਲਓ, ਕਿੱਥੋਂ ਗੰਦਾ ਆਦਮੀ ਆ ਵੜਿਆ ਦੇਸ਼ ਦੇ ਵਿੱਚ। ਚਲੋ ਮੈਂ ਗੁਮਟਾਲਾ ਸਾਹਿਬ ਦਾ DNA ਚੈੱਕ ਕਰਾ ਕੇ ਆਓ, ਦੇਸ਼ ਬਚਾਓ। ਮੇਰੀ ਇੱਕ ਬੇਨਤੀ ਹੈ, ਸ਼ਬਦ ਬੜੇ ਗਲਤ ਵਰਤੇ ਇਸ ਆਦਮੀ ਨੇ। ਹਾਂ, ਮੈਂ ਕਹਿ ਬੜੇ ਗਲਤ ਸ਼ਬਦ ਵਰਤੇ ਇਸ ਆਦਮੀ ਨੇ। ਇਹਨੂੰ ਕਹਾ ਬੋਲੀ ਸੁਧਾਰੇ ਆਪਦੀ,
ਡੀਐਨਏ ਦੱਸਦਾ, ਗੰਦਾ ਦੱਸਦਾ, ਕੀ ਕੁਝ ਦੱਸਦਾ ਹੈ ਆਦਮੀ। ਆਪਦੇ ਜਿਹੜੇ ਮੁਖੀ ਹੈ ਦੇਸ਼ ਦਾ, ਉਹਦਾ ਵੀ ਦੇਖ ਲੈਣਾ ਡੀਐਨਏ ਕਿਹਾ ਜਾ। ਚਲੋ ਬਲੀਵਾਲ ਸਾਹਿਬ ਤੁਸੀਂ ਸਮਝਾਓ ਨਾ ਮੈਨੂੰ ਇੱਕ ਸਵਾਲ ਦਾ ਜਵਾਬ। ਇੱਕ ਮਿੰਟ ਸੁਣ ਲਓ ਪਹਿਲਾਂ, ਥਰਮੀਨਲ ਸੁਣੋ। ਸਵਾਲ ਇਹ ਹੈ ਕਿ ਅਨੰਦਪੁਰ ਸਾਹਿਬ ਵਰਗੀ ਪਵਿੱਤਰ ਸੀਟ, ਚਮਕੌਰ ਸਾਹਿਬ ਵਰਗੀ ਪਵਿੱਤਰ ਸੀਟ ਤੁਸੀਂ ਬਸਪਾ ਨੂੰ ਦੇ ਦਿੱਤੀ। ਇਹਦਾ ਮੈਨੂੰ ਸਿੰਪਲ ਜਿਹਾ ਮਤਲਬ ਸਮਝਾ ਦਿਓ। ਤੁਸੀਂ ਕਹਿ ਰਹੇ ਹੋ ਕਿ ਦਲਿਤਾਂ ਨੂੰ ਕੁਝ ਨਹੀਂ ਕਿਹਾ, ਬਸਪਾ ਨੂੰ ਕਿਹਾ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਸਮਝਾ ਦਿਓ। ਇੱਕ ਬੇਨਤੀ ਹੈ ਹਰਪ੍ਰੀਤ ਜੀ, ਦੋ ਚੀਜ਼ਾਂ ਨੇ ਇਸ ਦੇ ਵਿੱਚ। ਉਹਨਾਂ ਨੇ ਕਹਿਣਾ ਕੁਝ ਹੋਰ ਸੀਗਾ, ਸਫਾਈ ਵੀ ਇਸ ਗੱਲ ਤੇ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਦੇ ਸਕਦੇ, ਪਰ ਜੋ ਸਾਨੂੰ ਲੱਗਦਾ ਜੋ ਕੰਸੈਂਟ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ, ਚਮਕੌਰ ਸਾਹਿਬ ਵਿਖੇ ਆਦਮੀ ਨਹੀਂ ਲੱਭਿਆ ਜਿਹੜੀ ਪੰਥਕ ਪਾਰਟੀ ਕਹਾਉਂਦੀ ਹੈ ਸ਼੍ਰੋਮਣੀ ਅਕਾਲੀ ਦਲ। ਭੱਜ ਗਏ। ਜਿੱਥੇ ਬੀਐਸਪੀ ਨੂੰ 10,000 ਤੋਂ ਥੱਲੇ ਵੋਟਾਂ ਪਈਆਂ ਨੇ ਉਹ ਤਾਂ ਛੱਡਤੀਆਂ, ਜਿੱਥੇ 40,000 ਵੋਟਾਂ ਪਈਆਂ ਨੇ ਉਹ ਲੈ ਗਏ ਅਕਾਲੀ ਦਲ ਵਾਲੇ। ਬੜੇ ਸਮਾਰਟ ਨੇ, ਠੱਗਬੰਧਨ ਕਰਕੇ ਉਹਨਾਂ ਗਰੀਬਾਂ ਦੇ ਨਾਲ। ਗੱਲ ਇਹ ਹੈ ਕਿ ਉੱਥੇ ਪੰਥਕ ਸੀਟਾਂ ਦੇ ਉੱਪਰ ਪੰਥਕ ਹੋਣ ਵਾਲੀ ਪਾਰਟੀ ਛੱਡ ਕੇ ਭੱਜ ਗਈ। ਕਿਉਂ ਭੱਜੀ? ਨਹੀਂ ਬਲੀਵਾਲ ਸਾਹਿਬ, ਚਲੋ ਉਹ ਸਾਰੇ ਗੱਲਾਂ ਠੀਕ ਹੈ, ਪਰ ਮੈਨੂੰ ਮੈਂ ਸਿਰਫ ਇਹ ਗੱਲ ਕਹਿਣ ਦਾ ਮਤਲਬ ਸਮਝਾਓ ਨਾ ਕੀ ਅਨੰਦਪੁਰ ਸਾਹਿਬ ਜਾਂ ਚਮਕੌਰ ਸਾਹਿਬ ਵਰਗੀ ਪਵਿੱਤਰ ਸੀਟ ਤੇ ਕੋਈ ਦਲਿਤ ਨਹੀਂ ਖੜਾ ਹੋ ਸਕਦਾ ਜਾਂ ਬਸਪਾ ਦੇ ਨੁਮਾਇੰਦੇ ਨਹੀਂ ਖੜਾ ਹੋ ਸਕਦੇ? ਜੇ ਨਹੀਂ ਹੋ ਸਕਦੇ ਤਾਂ ਕਾਂਗਰਸ ਕਿਵੇਂ ਖੜੀ ਹੋ ਸਕਦੀ ਹੈ? ਇੱਕ ਮੇਰੀ ਗੱਲ ਸੁਣੋ, ਤੁਸੀਂ ਸਮਝਾਓ ਨਾ। ਤੁਸੀਂ ਕਿਹਾ ਕਿ ਬਸਪਾ ਨੂੰ ਦੇ ਦਿੱਤੀ ਹੈ ਪਵਿੱਤਰ ਸੀਟ ਚਮਕੌਰ ਸਾਹਿਬ ਧਰਤੀ ਪਵਿੱਤਰ ਹੈ, ਫਿਰ ਬਸਪਾ ਨਹੀਂ ਲੜ ਸਕਦੀ। ਐਸਸੀ ਵਰਗ ਦੇ ਲੋਕ ਨੇ ਹੀ ਲੜਨੀ ਹੈ। ਸਾਡੇ ਚੰਨੀ ਜੀ ਉੱਥੋਂ ਜਿੱਤੇ ਹੋਏ ਨੇ, ਉਹ ਐਸੀ ਸਮਾਜ ਤੋਂ ਹੀ ਆਉਂਦੇ ਨੇ। ਜੇ ਐਸੀ ਸਮਾਜ ਦੀ ਠੇਕੇਦਾਰ ਨਹੀਂ ਬਸਪਾ ਬਣ ਗਈ, 0 ਸੀਟਾਂ ਪੰਜਾਬ ਦੇ ਵਿੱਚ ਉਹਨਾਂ ਦੀ। 22 ਤੋਂ 23 ਐਮਐਲਏ ਕਾਂਗਰਸ ਪਾਰਟੀ ਦੇ ਨੇ ਐਸੀ ਸਮਾਜ ਤੋਂ। ਆਮ ਆਦਮੀ ਪਾਰਟੀ ਨੂੰ ਹੋਏ ਜਾ ਰਿਹਾ ਬੀਐਸਪੀ ਦਾ ਅੱਜ ਅਪਵਿੱਤਰ ਹੈ। ਛੱਡ ਦੋ ਨਾ 9 ਦੀਆਂ 9 ਜਿਹੜੀਆਂ ਜਿੱਤੀਆਂ ਹੋਈਆਂ ਨੇ, ਬਸਪਾ ਅਪਵਿੱਤਰ ਹੈ। ਬੀਐਸਪੀ ਦੇ ਸਮਾਜ ਦੇ ਲੋਕ ਲੜ ਲੈਣਗੇ, ਬੀਐਸਪੀ ਸਾਹਿਬ ਲੜ ਲੂਗੀ ਉਸ ਬਸਪਾ ਸੀਟਾਂ ਦੇ ਉੱਪਰ। ਅਪਵਿੱਤਰ ਹੈ, ਪਵਿੱਤਰ ਸੀਟ ਤੇ ਬਸਪਾ ਨਹੀਂ ਲੜ ਸਕਦੀ, ਅਪਵਿੱਤਰ ਹੈ ਉਹ। ਮੈਂ ਇੱਕ ਬੇਨਤੀ ਕਰਦਾ, ਬੀਐਸਪੀ ਤਾਂ ਸਾਰੀ ਸੀਟਾਂ ਨੇ 115 ਸੀਟਾਂ ਨੇ ਲੜੀ ਹੈ, ਅਪਵਿੱਤਰ ਕਿੱਥੋਂ ਹੋ ਗਈ? ਗੱਲ ਕਹਿਣ ਦਾ ਮਤਲਬ ਇਹ ਸੀ ਕਿ ਅਕਾਲੀ ਦਲ ਬੰਦੇ ਨਹੀਂ ਲੱਭਦੇ ਪਏ। ਇਹ ਤੁਸੀਂ ਐਮਪੀ ਨੂੰ ਸਮਝਾਓ, ਆਪਣੇ ਲੋਕ ਜ਼ਿਆਦਾ ਨੇ, ਇਹ ਆਪਣੇ ਐਮਪੀ ਨੂੰ ਸਮਝਾਓ ਬਲੀਵਾਲ ਸਾਹਿਬ। ਫੇਰ ਹੋਰ ਹੋ ਗਿਆ। ਹਰਪ੍ਰੀਤ ਜੀ ਗੱਲ ਦੱਸਾਂ ਕੀ ਹੈ, ਅਕਾਲੀ ਦਲ ਦੇ ਵਿੱਚ ਇਸ ਵੇਲੇ ਗ੍ਰਹਿ ਕਲੇਸ਼ ਮਚਿਆ ਹੋਇਆ ਚੰਦੂ ਮਾਜਰਾ ਸਾਹਿਬ ਕਰਕੇ, ਤੇ ਉਹ ਗ੍ਰਹਿ ਕਲੇਸ਼ ਲੋਕਾਂ ਨੂੰ ਬਿੱਟੂ ਸਾਹਿਬ ਦਾ ਬਿਆਨ ਸਪੋਰਟਿਵ ਹੋ ਗਿਆ। ਬਸ ਇੰਨੀ ਕੀ ਕਹਾਣੀ ਹੈ। ਜਿਹੜੀਆਂ 8 ਸੀਟਾਂ ਦੇ ਉੱਪਰ 12 ਬੀਜੇਪੀ ਵਾਲੀਆਂ ਤੇ 8 ਇਹਨਾਂ ਨੇ ਦੂਸਰੀਆਂ ਛੱਡੀਆਂ, ਉੱਥੇ ਰਾਮ ਰੌਲਾ ਇੰਨਾ ਕੁ ਵੱਡਾ ਵੱਧ ਗਿਆ ਹੋਇਆ ਕਿ ਆਪਸ ਚ ਜੁੱਤਮ ਜੁੱਤੀ ਵਾਲਾ ਕੰਮ ਹੋਇਆ ਪਿਆ ਅਕਾਲੀ ਦਲ ਦੇ ਵਿੱਚ। ਜਿਹੜੇ ਵਰਕਰ ਲੜਦੇ ਰਹੇ ਮਰਦੇ ਰਹੇ, ਉਹਨਾਂ ਦੀ ਪੁੱਛ ਹੀ ਨਹੀਂ ਹੋਈ। ਬਲੀਵਾਲ ਸਾਹਿਬ ਇੱਕ ਪਾਸੇ ਹੋ ਜਾਓ ਨਾ, ਬਲੀਵਾਲ ਸਾਹਿਬ ਇੱਕ ਪਾਸੇ ਹੋ ਜਾਓ। ਤੁਸੀਂ ਕਹਿੰਦੇ ਹੋ ਪ੍ਰਧਾਨ ਸਾਹਿਬ ਸਾਡੇ ਕਹਿੰਦੇ ਨੇ, ਸਾਡੇ ਪ੍ਰਧਾਨ ਸਾਹਿਬ ਕਹਿੰਦੇ ਨੇ ਕਿ ਉਹ ਵਿਅਕਤੀ ਵਿਸ਼ੇਸ਼ ਟਿੱਪਣੀ ਹੈ, ਉਹਨਾਂ ਦੀ ਆਪਣੀ ਨਿੱਜੀ ਟਿੱਪਣੀ ਹੈ। ਹੁਣ ਤੁਸੀਂ ਉਸ ਟਿੱਪਣੀ ਦਾ ਸਮਰਥਨ ਵੀ ਕਰ ਰਹੇ ਹੋ। ਤੁਸੀਂ ਇੱਕ ਪਾਸੇ ਹੋਵੋ ਨਾ ਕਿ ਉਹ ਟਿੱਪਣੀ ਠੀਕ ਸੀ, ਰਵਨੀਤ ਬਿੱਟੂ ਨੇ ਜਿਹੜੀ ਟਿੱਪਣੀ ਦਿੱਤੀ ਹੈ ਉਹ ਠੀਕ ਹੈ ਕਿ ਨਹੀਂ? ਸਿੰਪਲ ਜਿਹਾ ਸਵਾਲ ਦਾ ਜਵਾਬ ਦਿਓ, ਗੋਲ ਮੋਲ ਨਾ ਕਰੋ। ਮੈਂ ਇੱਕ ਬੇਨਤੀ, ਮੈਂ ਇੱਕ ਬੜੀ ਸਿੰਪਲ ਤੇ ਕਲੀਅਰ ਸ਼ਬਦਾਂ 'ਚ ਕਹਿ ਰਿਹਾ, ਬਿੱਟੂ ਸਾਹਿਬ ਨੇ ਜੋ ਟਿੱਪਣੀ ਦਿੱਤੀ ਹੈ ਉਹਦਾ ਸਪਸ਼ਟੀਕਰਨ ਰਵਨੀਤ ਬਿੱਟੂ ਨੇ ਦਿੱਤਾ ਹੋਇਆ ਵਾ ਕਿ ਮੇਰਾ ਮਤਲਬ ਇਹ ਨਹੀਂ ਸੀ। ਕੁਝ ਸ਼ਬਦਾਂ ਦਾ ਹੇਰ ਫੇਰ ਕਰਕੇ ਉਹ ਟਿੱਪਣੀ ਗਲਤ ਬਣੀ, ਪਰ ਉਹਨੂੰ ਦਰੁਸਤ ਕਰਤਾ ਗਿਆ। ਉਹ ਠੀਕ ਨਹੀਂ ਸੀ, ਉਹਨਾਂ ਨੇ ਆਪ ਦੇ ਹਿਸਾਬ ਨਾਲ ਉਸ ਨੂੰ ਕਲੈਰੀਫਾਈ ਕਰਤਾ ਹੋਇਆ। ਹਾਂਜੀ ਠੰਡਲ ਸਾਹਿਬ, ਜਵਾਬ ਲੈਣੇ ਹੁਣ। ਇਸ਼ੂ ਕ੍ਰੀਏਟਡ ਮੈਂ ਸਮਝ ਗਿਆ ਤੁਹਾਡਾ ਸਵਾਲ ਕੀ ਹੈ। ਇਸ਼ੂ ਇਹ ਹੈ, ਸਵਾਲ ਵੀ ਠੰਡਲ ਸਾਹਿਬ ਤੋਂ ਲੈਣਾ। ਪਵਿੱਤਰ ਹੈਗੀਆਂ ਨੇ, ਜਦੋਂ ਸਾਹਿਬ ਪਿੱਛੇ ਲੱਗਿਆ ਨਾ, ਪਵਿੱਤਰ ਤਾਂ ਪਵਿੱਤਰ ਹੀ ਰਹੂਗੀ। ਆਪਾਂ ਉਹਨੂੰ ਅਪਵਿੱਤਰ ਥੋੜਾ ਕਹਿਣਾਗੇ ਅਨੰਦਪੁਰ ਸਾਹਿਬ ਨੂੰ। ਹਾਂ, ਤੇ ਉਸ ਪਵਿੱਤਰ ਸੀਟ ਤੇ ਜਿਹੜੀ ਮਰਜ਼ੀ ਪਾਰਟੀ ਖੜੀ ਹੋ ਸਕਦੀ ਹੈ ਨਾ। ਆਪਾਂ ਇਹ ਕਹਿ ਦਈਏ ਕਿ ਫਲਾਣੀ ਪਾਰਟੀ ਨੂੰ ਦੇ ਦਿੱਤੀ ਪਵਿੱਤਰ ਸੀਟ, ਉਹਦਾ ਸਿੱਧਾ ਮਤਲਬ ਬਲੀਵਾਲ ਸਾਹਿਬ ਤੁਹਾਨੂੰ ਵੀ ਸਮਝ ਆਉਂਦਾ, ਮੈਨੂੰ ਵੀ ਸਮਝ ਆਉਂਦਾ ਕਿ ਪੰਜਾਬ ਦੇ ਬੱਚੇ ਨੂੰ ਸਮਝ ਆਉਂਦਾ ਨਾ। ਸ਼ਬਦਾਂ ਦਾ ਹੇਰ ਫੇਰ ਕੀ ਹੁੰਦਾ? ਇਹ ਭਾਵਨਾਵਾਂ ਹੁੰਦੀਆਂ ਨੇ ਨਾ, ਇਹ ਭਾਵਨਾਵਾਂ ਸ਼ਬਦਾਂ ਦਾ ਕੀ ਮਤਲਬ? ਹਾਂਜੀ ਠੰਡਲ ਸਾਹਿਬ ਬੋਲੋ, ਜੋ ਕਹਿ ਰਹੇ ਨੇ ਠੀਕ ਹੈ ਬਲੀਵਾਲ ਸਾਹਿਬ ਕਿ ਤੁਹਾਨੂੰ ਬੰਦਾ ਨਹੀਂ ਲੱਭ ਰਿਹਾ, ਇਸ ਕਰਕੇ ਤੁਸੀਂ ਬਸਪਾ ਲਈ ਛੱਡਤੀ। ਬਲੀਵਾਲ ਸਾਹਿਬ ਦੀ ਇੱਕ ਆਦਤ ਹੈ ਕਿ ਇਹਨਾਂ ਨੇ ਜਿਹੜਾ ਅਸਲ ਮੁੱਦਾ ਆ ਉਦੋਂ ਇੱਧਰ ਉਧਰ ਗੱਲਾਂ ਕਰਕੇ ਲੋਕਾਂ ਨੂੰ ਗਲਤ ਰਸਤੇ ਗੱਲ ਪਾਉਣੀ ਆ। ਅੱਜ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਹਿੰਦੇ ਕਾਠੋ ਕਲੇਸ਼ ਚੱਲ ਰਿਹਾ ਅਕਾਲੀ ਦਲ ਦੇ ਵਿੱਚ। ਬਲੀਵਾਲ ਸਾਹਿਬ ਦਾ ਇੱਕ ਕਹਿ ਰਹੇ ਆ, ਉਹ ਤੁਸੀਂ ਪਹਿਲਾਂ ਆਪਣਾ ਤਾਂ ਨਿਬੇੜ ਲਓ। ਜਿਹੜਾ ਪਿਛਲੇ 3 ਮਹੀਨੇ ਤੋਂ ਕਾਂਗਰਸ ਦੇ ਕਮਿਸ਼ਨ ਚੱਲ ਰਿਹਾ, ਹੁਣ ਦਿੱਲੀ ਹਾਈ ਕਮਾਂਡ ਤੱਕ ਰੋਜ਼ ਗੱਲਾਂ ਚੱਲਦੀਆਂ, ਤੁਹਾਨੂੰ ਉੱਥੇ ਤਲਬ ਕੀਤਾ ਜਾਂਦਾ, ਫੇਰ ਕਹਾਂ ਤਲਬ ਕਰ ਲਿਆ। ਇਹ ਗੱਲਾਂ ਆਪਣੀਆਂ ਤੁਸੀਂ ਲੁਕਾਉਣ ਵਾਸਤੇ ਸਾਰੇ ਜਿਹੜੇ ਡਰਾਮੇ ਕੱਢਦੇ ਆ, ਇਹ ਲੋਕ ਸਾਰੇ ਸਮਝਦੇ ਨਾ ਗੱਲਾਂ ਨੂੰ। ਤੁਸੀਂ ਤਾਂ ਅੱਜ ਜਿਹੜੀਆਂ ਅਦਰ ਪਾਰਟੀ ਵਿੱਚੋਂ ਲਾ ਕੇ ਆਪਣਾ ਘਰ ਪੂਰਾ ਕਰ ਰਹੇ ਹੋ, ਕਹਿੰਦੇ ਤੁਹਾਨੂੰ ਲੱਭਣ ਡਏ। ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦਾ ਬੜਾ ਪਵਿੱਤਰ ਜਿਹੜਾ ਗਠਬੰਧਨ ਹੋਇਆ, ਔਰ ਮੈਂ ਦੱਸਣਾ ਚਾਹੁੰਦਾ ਕਿ ਸ਼ਾਇਦ ਇਹਨਾਂ ਨੂੰ
ਜਿਹੜੇ ਕਾਂਗਰਸ ਦੀ ਜਮਾਤ ਵਾ ਇਹਨਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਨਹੀਂ। ਜੇ ਪਤਾ ਹੁੰਦਾ ਤੇ ਨਾ ਬਿੱਟੂ ਜੀ ਇਹ ਸ਼ਬਦ ਬੋਲਦੇ, ਨਾ ਇਹਨਾਂ ਦੇ ਜਿਹੜੇ ਪੁਰਖੇ ਸੀਗੇ ਜਾਂ ਇਹਨਾਂ ਦੇ ਜਿਹੜੇ ਹੋਰ ਵੱਡੇ ਵੱਡੇ ਲੀਡਰ ਸੀ, ਨਾ ਉਹ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਤੇ ਹਮਲਾ ਕਰਦੇ। ਔਰ ਜੇ ਸਿੱਖ ਇਤਿਹਾਸ ਦਾ ਪਤਾ ਹੁੰਦਾ, ਅੱਜ ਕਿਹਨੂੰ ਨਹੀਂ ਪਤਾ ਕਿ ਗੁਰੂ ਤੇਗ ਬਹਾਦਰ ਜੀ ਸੀਸ ਲੈ ਕੇ ਜਦੋਂ ਰਣੇਟਾ ਜੀ ਆਏ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸੀਨੇ ਨਾਲ ਲਾ ਕੇ ਕਿਹਾ ਕਿ ਰਣੇਟੇ ਗੁਰੂ ਕੇ ਬੇਟੇ। ਔਰ ਜਿਹੜੇ ਲੋਕਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਸਿੰਘ ਸਾਜਿਆ, ਖਾਲਸਾ ਪੰਥ ਸਾਜਿਆ, ਉਹ ਗਰੀਬ ਲਤਾੜੇ ਵਰਗ ਦੇ ਲੋਕ ਜਿਨ੍ਹਾਂ ਨੂੰ ਕਹਿੰਦੇ ਨੇ ਗਰੀਬ ਸਿੱਖਣ ਕੋ ਦੂਵੇਂ ਪਾਤਸ਼ਾਹੀ, ਇਹ ਭੁੱਲ ਗਿਆ ਇਤਿਹਾਸ ਨੂੰ। ਇਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ। ਜੇ ਸਿੱਖ ਧਰਮ ਦੇ ਵਿੱਚ ਜਾਤ ਪਾਤ ਖਤਮ ਕਰਕੇ ਸਾਰਿਆਂ ਨੂੰ ਸਿੱਖ ਲਫ਼ਜ਼ ਦਿੱਤਾ, ਸਾਰਿਆਂ ਨੂੰ ਸਭੇ ਸਾਂਝੀ ਬਾਲਤਾ ਦਾ ਸੁਨੇਹਾ ਦੇਣ ਦੀ ਗੱਲ ਸਿੱਖ ਧਰਮ ਕਰਦਾ। ਖੰਡਲ ਸਾਹਿਬ, ਜੇ ਬਾਬੇ ਨਾਨਕ ਦਾ ਜਿਹੜਾ ਖੰਡਲ ਸਾਹਿਬ ਗੱਲ ਸੁਣੋ ਨਾ। ਖੰਡਲ ਸਾਹਿਬ, ਪ੍ਰਿਤਪਾਲ ਸਿੰਘ ਬਲੀਏਵਾਲ ਕਹਿ ਰਹੇ ਨੇ, ਖੰਡਲ ਸਾਹਿਬ ਬਲੀਏਵਾਲ ਕਹਿ ਰਹੇ ਨੇ ਕਿ ਤੁਹਾਡੀ ਪੰਥਕ ਪਾਰਟੀ ਹੈ, ਪੰਥਕ ਪਾਰਟੀ ਹੈ ਤੇ ਜਿਹੜੀਆਂ ਮਹੱਤਵਪੂਰਨ ਸੀਟਾਂ ਨੇ, ਜਿਹੜੀਆਂ ਸਿੱਖੀ ਨਾਲ ਸਿੱਧੀਆਂ ਜੁੜੀਆਂ ਹੋਈਆਂ ਨੇ, ਉਹ ਸੀਟਾਂ ਤੇ ਤੁਸੀਂ ਆਪਣੇ ਕੈਂਡੀਡੇਟ ਖੜੇ ਕਰਦੇ, ਉੱਥੋਂ ਵੀ ਤੁਸੀਂ ਭੱਜ ਗਏ ਹੋ। ਦੇਖੋ ਗੱਲ ਇਹ ਹੈ ਕਿ ਇਹਨਾਂ ਨੂੰ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਨੇ ਗੜੀ ਸਾਹਿਬ, ਇਹ ਉਹਨਾਂ ਦਾ ਚਿਹਰਾ ਮੂਹਰਾ ਦੇਖੋ, ਉਹ ਕਿ ਤੁਹਾਨੂੰ ਕਿਹੋ ਜਿਹਾ ਲੱਗਦਾ ਕਿ ਉਹ ਸਰਦਾਰ, ਵਧੀਆ ਸਰਦਾਰ, ਸਿੱਖ ਸਰਦਾਰ ਨਹੀਂ ਕਿ ਉਹ ਪਾਰਟੀ ਜਿਹੜੀ ਉਹਦੇ ਵਿੱਚ ਕਿੰਨੇ ਲੋਕ ਜਿਹੜੇ ਆ ਉਹ ਸਿੱਖੀ ਨਾਲ ਸੰਬੰਧ, ਕਿ ਜਿਹੜੇ ਨੌਨ ਸਿੱਖ ਬੰਦੇ ਆ ਉਹ ਪਵਿੱਤਰ ਨਹੀਂ ਹੈਗੇ, ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ 15 ਭਗਤਾਂ ਦੀ ਬਾਣੀ ਆਈ ਆ, 6 ਭੱਟਾਂ ਦੀ ਬਾਣੀ ਆਈ ਆ, ਕਿ ਗੁਰੂ ਗ੍ਰੰਥ ਸਾਹਿਬ ਨੂੰ ਪਵਿੱਤਰ ਨਹੀਂ ਸਮਝਦੇ। ਇਹ ਤਾਂ ਸਾਰਾ ਜਿਹੜਾ ਮਸਲਾ ਹੈ ਹਰਪ੍ਰੀਤ ਜੀ, ਕਾਂਗਰਸ ਪਾਰਟੀ ਦੇ ਪੈਸੋਂ ਜ਼ਮੀਨ ਖਿਸਕੀ ਜਾਂਦੀ ਆ। ਇਹ ਤਾਂ ਕੋਈ ਡਰਾਮੇ ਲੱਗਦੇ ਸੀ, ਹੋਰ ਬਣ ਗਿਆ ਕੁਝ ਹੋਰ। ਅੱਜ ਸਾਰੇ ਪੰਜਾਬ ਵਿੱਚ ਜਿਹੜੀ ਵੱਡੀ ਮੂਵਮੈਂਟ ਖੜੀ ਆਈ ਆ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਹੱਕ ਦੇ ਵਿੱਚ, ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਹੁਣ ਦਿਨ ਥੋੜੇ ਆ, ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਪੰਥਕ ਪਾਰਟੀ ਮੈਂ ਮੰਨਦਾ, ਪਰ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ, ਅਸੀਂ ਜਾਤ ਪਾਤ ਦਾ ਖੰਡਨ ਕਰਦੇ ਆ, ਅਸੀਂ ਸਾਡੇ ਕੋਲ ਨਾਲ ਲੈ ਕੇ ਚੱਲਦੇ ਆ। ਇਹ ਕਾਂਗਰਸ ਜਮਾਤ ਵਾ ਕਦੀ ਮੁਸਲਮਾਨਾਂ ਨੂੰ ਇਹ ਢਾਲਵੇ, ਕਦੀ ਸਿੱਖਾਂ ਨੂੰ ਢਾਲਵੇ, ਕਦੀ ਲੋਕਾਂ ਦੇ ਪਵਿੱਤਰ ਸਥਾਨਾਂ ਉੱਪਰ ਹਮਲੇ ਕਰਨ। ਜਿਹਦਾ ਇਹ ਟੈਂਕ ਚਾੜਨ ਦਰਬਾਰ ਸਾਹਿਬ ਤੇ ਫਿਰ ਪਵਿੱਤਰ ਨਹੀਂ ਹੈ। ਜੇ ਅਸੀਂ ਸੀਟ ਜਿਹੜੀ ਆ ਦੂਜੀ ਪਾਰਟੀ ਨੂੰ ਭਾਈਵਾਲ ਦੇ ਰਹੀ ਹੈ, ਫਿਰ ਪਵਿੱਤਰ ਹੋ ਜਾਂਦੇ ਆ। ਠੀਕ ਹੈ, ਇੱਕ ਮਿੰਟ ਆ ਗਿਆ ਵਾਪਸ ਆ ਗਿਆ, ਇੱਕ ਮਿੰਟ ਆਇਆ ਜੀ ਵਾਪਸ। ਮੈਂ ਸੰਘੇੜਾ ਸਾਹਿਬ ਤੋਂ ਇੱਕ ਰੁਪਏ, ਸੰਘੇੜਾ ਸਾਹਿਬ ਕਾਂਗਰਸ ਦੇ ਬੁਲਾਰੇ ਨੇ ਤੁਹਾਨੂੰ ਕਿਹਾ ਕਿ ਤੁਹਾਨੂੰ ਬੜਾ ਹੇਜ ਆ ਰਿਹਾ ਅੱਜ ਬਸਪਾ ਦੇ ਉੱਤੇ, ਕਿਉਂਕਿ ਤੁਹਾਡਾ ਟਾਰਗੇਟ ਰਵਨੀਤ ਬਿੱਟੂ ਤੇ ਕਾਂਗਰਸ ਹੈ, ਤੁਸੀਂ ਬਸਪਾ ਦੇ ਜ਼ਰੀਏ ਉਹਨਾਂ ਤੇ ਅਟੈਕ ਕਰਨਾ ਚਾਹੁੰਦੇ ਹੋ, ਜਦਕਿ ਇਹ ਕਹਿੰਦੇ ਨੇ ਕਿ ਕਹਿਣ ਦਾ ਮਤਲਬ ਤਾਂ ਇਹ ਸੀਗਾ ਕਿ ਉਹ ਪੰਥਕ ਸੀਟ ਸੀ, ਪੰਥਕ ਪਾਰਟੀ ਲੜਦੀ ਤਾਂ ਬਿਹਤਰ ਰਹਿੰਦਾ, ਉਹਨਾਂ ਨੇ ਸੀਟ ਛੱਡਤੀ। ਬਲੀਏਵਾਲ ਜੀ ਸਪਸ਼ਟੀਕਰਨ ਰਵਨੀਤ ਬਿੱਟੂ ਦੀ ਸਟੇਟਮੈਂਟ ਦਾ ਦੇ ਰਹੇ ਆ ਤੇ ਉਹਨੂੰ ਥੋੜੀ ਜਿਹਾ ਡਿਸਟੋਰਟ ਕਰਕੇ ਆਪਣੀ ਸਟੇਟਮੈਂਟ ਦੇ ਰਹੇ ਆ। ਇਹਨਾਂ ਦੀ ਸਟੇਟਮੈਂਟ ਦਾ ਮਤਲਬ ਅਲੱਗ ਨਿਕਲਣਾ ਹੈ। ਰਵਨੀਤ ਬਿੱਟੂ ਦੀ ਸਟੇਟਮੈਂਟ ਜਿਹੜੀ ਹੈ, ਜਿਹੜੀ ਉਹਨਾਂ ਨੇ ਬਿਲਕੁਲ ਪ੍ਰਾਈਮਾ ਫੇਸ਼ਾ ਹੀ ਗਲਤ ਹੈ, ਤਾਂ ਹੀ ਸਾਰੇ ਜਣੇ ਡਿਮਾਂਡ ਕਰ ਰਹੇ ਆ ਕਿ ਉਹ ਸੌਰੀ ਫੀਲ ਕਰੇ। ਉਹਨੂੰ ਇਹਨਾਂ ਨੇ ਥੋੜੀ ਕਰੈਕਟ ਕਰਨਾ ਆ। ਇਹ ਗੱਲ ਤਾਂ ਇਹ ਆ ਵੀ ਮੈਨੂੰ ਬੜਾ ਦੁੱਖ ਹੋਇਆ ਕਿ ਬਲੀਏਵਾਲ ਸਾਹਿਬ ਜੇ ਹਿਸਾਬ ਨਾਲ ਡਿਫੈਂਡ ਕਰ ਰਹੇ ਆ ਇਹਨਾਂ ਨੂੰ, ਤੇ ਮੈਨੂੰ ਇਹਨਾਂ ਦੀ ਮਾਨਸਿਕ ਜਹਿਨੀਅਤ ਦਾ ਵੀ ਪਤਾ ਲੱਗਦਾ ਆ। ਇਹ ਤਾਂ ਗੱਲ ਸਾਡੀ ਪ੍ਰੂਵ ਹੀ ਕਰਦੀ ਆ ਨਾ ਵੀ ਕਾਂਗਰਸੀ ਜਿਹੜੇ ਵੀ ਇਸ ਤਰ੍ਹਾਂ ਦੇ ਹੈਗੇ ਆ, ਪਤਾ ਨਹੀਂ ਇਹ ਇਹਨਾਂ ਨੂੰ ਕੋਈ ਮਤਲਬ ਕੀ ਇਹਨਾਂ ਦੇ ਦਿਮਾਗ 'ਚ ਹੈਗਾ ਆ। ਹਾਂਜੀ, ਅਸੀਂ ਤਾਂ ਸਾਡੀ ਪਾਰਟੀ ਜਿਹੜੀ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਆ। ਸਾਡੇ ਲਈ ਤਾਂ ਅਸੀਂ ਧਰਮ ਨਿਰਪੱਖਤਾ ਦੇ ਮੁਦਈ ਆ, ਇਦਾਂ ਹੀ ਸਾਡਾ ਸੰਵਿਧਾਨ ਹੈ। ਬਾਬਾ ਸਾਹਿਬ ਅੰਬੇਦਕਰ ਜੀ ਦਾ ਲਿਖਿਆ ਸੰਵਿਧਾਨ ਹੈ, ਜਿਹਦੀ ਅਸੀਂ ਸਹੁੰ ਖਾਂਦੇ ਆ। ਮੈਨੂੰ ਬਲੀਵਾਲ ਸਾਹਿਬ ਇਹ ਜਾਣ ਕੇ ਨਾ ਗੱਲ, ਜਿੱਦਾਂ ਰਵਨੀਤ ਬਿੱਟੂ ਨੇ ਇਹ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਦਾਂ ਹੀ ਇਹ ਅੱਗ ਲਾਉਣ ਦੀ ਭਾਈਚਾਰਿਆਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ। ਅਸੀਂ ਕੋਈ ਨਹੀਂ, ਅਸੀਂ ਸਾਨੂੰ ਕੋਈ ਥ੍ਰੈਟ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਤੋਂ। ਅਸੀਂ ਮਜ਼ਬੂਤ ਹਾਂ, ਡਟ ਕੇ ਲੜਾਂਗੇ। ਮੈਂ ਥਾਂ ਤੇ ਕਿਹਾ ਆ ਕਿ ਇਹ ਬਾਦਲ ਫੈਮਿਲੀ ਤੇ ਇਹ ਮਾਇਆਵਤੀ ਜੀ ਦਾ ਇਕੱਠ ਹੈ, ਕਿਉਂਕਿ ਦੋਨਾਂ ਦੇ ਪ੍ਰਮੁੱਖ ਆਗੂ ਨੇ, ਉਹਨਾਂ ਦੇ ਥੱਲੇ ਨੀਚੇ ਜਿਹੜੇ ਆਗੂ ਨੇ ਤੇ ਕਰਦੇ ਹੈ ਹੀ ਨਹੀਂ ਕਿਤੇ ਵੀ। ਉਹਦੇ ਕਰਕੇ ਨਹੀਂ ਅਸੀਂ ਕਰ ਰਹੇ ਕਿ ਅਸੀਂ ਬਸਪਾ ਦੀ ਹਮਾਇਤ ਕਰ ਰਹੇ, ਬਸਪਾ ਦੀ ਵੋਟ ਸਾਨੂੰ ਪਊਗੀ। ਬਸਪਾ ਦੀ ਜਿੰਨੀ ਵੀ ਥੋੜੀ ਬਹੁਤ 1.5% ਅੱਧਾ ਪਰਸੈਂਟ ਜਿਹੜੀ ਆ, ਉਹ ਉਹਨਾਂ ਨੇ ਦੇਖਣਾ ਕਿੱਧਰ ਪੈਣੀ ਹੈ। ਉਹ ਅਲੱਗ ਚੀਜ਼ ਆ, ਉਹ ਸਾਇੰਸ ਅਲੱਗ ਹੈ। ਜਿਹੜੀ ਬਾਦਲ ਸਾਹਿਬ ਕਹਿੰਦੇ ਮੈਂ PhD ਕੀਤੀ ਹੋਈ ਆ, ਉਹ ਸਾਰਿਆਂ ਨੇ ਉਹਨੂੰ ਉਸ ਸਾਇੰਸ ਦੇ ਅਨੁਸਾਰ ਆਪਣੀ ਲੜਾਈ ਲੜਨੀ ਆ। ਪਰ ਜਿਹੜਾ ਇੱਕ ਪਰਸਨਲ ਅਟੈਕ ਕਰਨਾ ਕਿਸੇ ਜਥੇਬੰਦੀ ਤੇ, ਕਿਸੇ ਭਾਈਚਾਰੇ ਤੇ, ਉਹ ਇੱਕ ਕ੍ਰਿਮੀਨਲ ਅਫੈਂਸ ਹੈ। ਮੈਂ ਤਾਂ ਇਸ ਗੱਲ ਨੂੰ ਮੈਨੂੰ ਤਾਂ ਇਹ ਬਹੁਤ ਹੀ ਮਾੜੀ ਗੱਲ ਲੱਗਦੀ ਆ
ਉਸ ਤੋਂ ਉੱਪਰ ਜਿਹੜਾ ਬਲੀਆਵਾਲ ਸਾਹਿਬ ਇੰਨੇ ਕੌਨਫੀਡੈਂਸ ਸਹੀ ਨਾਲ ਬੋਲ ਰਹੇ ਆ, ਇਹ ਤਾਂ ਮੈਂ ਤਾਂ ਕਹਿੰਦਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਮੈਂ ਪਹਿਲੀ ਵਾਰੀ ਮੈਨੂੰ ਬਲੀਆਵਾਲ ਸਾਹਿਬ ਮਾੜੇ ਲੱਗੇ ਆ, ਨਹੀਂ ਤਾਂ ਹਰ ਇੱਕ ਬੁਲਾਰਾ ਆਪਣੀ ਜਗ੍ਹਾ ਆਪਣੀ ਪਾਰਟੀ ਨੂੰ ਡਿਫੈਂਡ ਕਰਦਾ ਆ, ਪਾਰਟੀ ਦਾ ਮੈਂਡੇਟ ਹੁੰਦਾ, ਕੋਡ ਆਫ ਕੰਡਕਟ ਹੁੰਦਾ ਆ, ਤੁਸੀਂ ਉਹਨਾਂ ਨੂੰ ਡਿਫੈਂਡ ਕਰਨਾ, ਪਰ ਇਦਾਂ ਦੀਆਂ ਚੀਜ਼ਾਂ ਤੇ ਨਹੀਂ ਕੋਈ ਡਿਫੈਂਡ ਕਰਦਾ। ਸਾਡੇ ਕੋਲ ਇੱਕ ਜਗ੍ਹਾ ਗਲਤੀ ਹੋਈ ਸੀ, ਸਾਨੂੰ ਵਾਰ-ਵਾਰ ਸਵਾਲ ਪੁੱਛੇ ਗਏ, ਅਸੀਂ ਮੈਂ ਖੁਦ ਬੈਠਾ ਸੀ ਪਾਰਟੀ ਨੂੰ, ਮੈਂ ਹੱਥ ਹੀ ਜੋੜੀ ਗਿਆ ਵੀ ਨਹੀਂ ਅਸੀਂ ਮਾਫੀ ਮੰਗ ਲਈ ਯਾਰ, ਸਾਡੀ ਗਲਤੀ ਹੋ ਗਈ। ਮੈਂ ਸਪਸ਼ਟੀਕਰਨ ਕਰਦਾ ਸਾਡੇ ਕੋਲ ਬੱਜਰ ਗਲਤੀ ਹੋਈ ਆ। ਮੈਂ ਸੋਚਦਾ ਸੀ ਰਵਨੀਤ ਬਿੱਟੂ ਹੁਣੀ ਇਸ ਤਰ੍ਹਾਂ ਮੰਨਣਗੇ। ਕੱਲ ਵੀ ਇੱਕ ਚੈਨਲ ਤੇ ਕਾਂਗਰਸ ਦੇ ਨੁਮਾਇੰਦੇ ਨੇ ਬਿਨਾਂ ਸ਼ਰਤ ਮਾਫੀ ਮੰਗੀ ਆ, ਤੇ ਇਹ ਹੁਣ ਆ ਕੇ ਉਹਨਾਂ ਨੂੰ ਬਿੱਟੂ ਹੁਣਾਂ ਨੂੰ ਡਿਫੈਂਡ ਕਰਨ ਲੱਗਾ। ਤੁਹਾਡਾ ਹਸ਼ਰ ਬਹੁਤ ਮਾੜਾ ਹੋਣਾ ਬਲੀਆਵਾਲ ਸਾਹਿਬ, ਮੈਂ ਤੁਹਾਨੂੰ ਦੱਸਦਾ। ਇਨਸਾਨੀਅਤ ਦੇ ਵਿਰੁੱਧ ਤੁਸੀਂ ਬਿਆਨ ਦੇ ਰਹੇ ਹੋ, ਇਨਸਾਨੀਅਤ ਦੇ ਵਿਰੁੱਧ ਬਿਆਨ ਦੇ ਰਹੇ ਹੋ ਤੁਸੀਂ। ਹਰ ਪਾਰਟੀ ਦੇ ਵਿੱਚ ਦਲਿਤ ਆਗੂ ਨੇ, ਦਲਿਤ ਭਾਈਚਾਰਾ ਜੁੜਿਆ ਹੋਇਆ, ਵਰਕਰ ਵੀ ਨੇ, ਪਰ ਬੜੀ ਹੈਰਾਨਗੀ ਨਹੀਂ ਹੁੰਦੀ ਕਿ ਕਾਂਗਰਸ ਪਾਰਟੀ ਦੇ ਵਿੱਚ ਦਲਿਤ ਭਾਈਚਾਰੇ ਨਾਲ ਜੁੜੇ ਹੋਏ ਲੋਕ ਤਾਂ ਕੈਬਨਿਟ ਦੇ ਵਿੱਚ ਵਜ਼ੀਰ ਵੀ ਨੇ, ਉਹਨਾਂ ਵੱਲੋਂ ਵੀ ਕੋਈ ਸਟੇਟਮੈਂਟ ਨਹੀਂ ਆਈ, ਉਹਨਾਂ ਨੇ ਵੀ ਕੋਈ ਖੰਡਨ ਨਹੀਂ ਕੀਤਾ ਕਿ ਇਦਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ। ਫਿਰ ਇਹਨੂੰ ਅਸੀਂ ਕੀ ਸਮਝੀਏ? ਮੈਂ ਤਾਂ ਇਹ ਵੀ ਗੱਲ ਕਹਿ ਰਿਹਾ ਕਿ ਮੈਂ ਤਾਂ ਮਨੀਸ਼ ਤਿਵਾੜੀ ਜੀ ਦਾ ਨਾਮ ਵੀ ਨਹੀਂ ਲਿਆ, ਉਹ ਬਹੁਤ ਵਧੀਆ ਠੰਡਲ ਸਾਹਿਬ ਨੇ ਜਾਂ ਦੂਸਰੇ ਬੁਲਾਰਿਆਂ ਨੇ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਆ ਇਹ ਜਵਾਬ ਦੇਣ ਤਾਂ। ਹਾਂਜੀ, ਤੇ ਮਤਲਬ ਤੁਸੀਂ ਕਲੀਅਰ ਕੱਟ ਤਾਂ ਸਿੰਗਲ ਆਊਟ ਕਰ ਰਹੇ ਹੋ, ਵਿਚ ਇਜ਼ ਵੈਰੀ ਅਨਫੋਰਚੂਨੇਟ। ਹੁਣ ਤੁਸੀਂ ਫੇਰ ਇੱਥੇ ਬੈਠ ਕੇ ਡਿਫੈਂਡ ਕਰ ਰਹੇ ਹੋ। ਇਹ ਕਿਹੜੀ ਨੀਤੀ ਆ ਜਿਹੜੀ ਆਪਣੇ ਘਰ ਦੀ ਲੜਾਈ ਤੇ ਪਹਿਲਾਂ ਸੰਭਾਲ ਲਓ? ਤੁਸੀਂ ਆ ਸਮਾਜ ਦੇ ਵਿੱਚ ਵੰਡੀਆਂ ਪਾ ਪਾ ਕੇ ਲੜਾਈਆਂ ਪਾਉਣ ਦੀ ਕੋਸ਼ਿਸ਼ ਕਰਦੇ ਹੋ, ਬਹੁਤ ਮਾੜੀ ਗੱਲ ਹੈ। ਤੇ ਜਿੰਨੀ ਨਿੰਦਿਆ ਕੀਤੀ ਜਾਵੇ ਥੋੜੀ ਆ। ਮੈਂ ਤਾਂ ਇਹ ਕਹਿਣਾ ਪਏ ਇਹਦੇ ਕ੍ਰਿਮੀਨਲ ਮੁਕੱਦਮਾ ਦਰਜ ਹੋਣਾ ਚਾਹੀਦਾ, ਚਲਾਨ ਪੇਸ਼ ਹੋਵੇ, ਅਦਾਲਤ ਫੈਸਲਾ ਕਰੂਗੀ ਕਿ ਇਹਨਾਂ ਦਾ ਸਟੇਟਮੈਂਟ ਜਿਹੜੀ ਆ ਉਹ ਮਤਲਬ ਕੱਲੀ ਆਮ ਹੀ ਸੀਗੀ ਜਾਂ ਕੀ ਸੀਗਾ। ਪ੍ਰਾਈਮਾ ਫੇਸ਼ੀ ਦਾ ਵਕੀਲ ਨੇ ਬਲੀਆਵਾਲ ਸਾਹਿਬ, ਪ੍ਰਾਈਮਾ ਫੇਸ਼ੀ ਕ੍ਰਿਮੀਨਲ ਆਫੈਂਸ ਹੈ ਇਹ। ਗੁਮਟਾਲਾ ਸਾਹਿਬ ਤੋਂ ਵੀ ਲੈ ਲੈਣਾ ਰਿਪਲਾਈ। ਗੁਮਟਾਲਾ ਸਾਹਿਬ, ਮੈਂ ਦੋਵਾਂ ਨੂੰ ਬੇਨਤੀ ਕਰਾਂਗਾ, ਤੁਹਾਨੂੰ ਵੀ ਬੇਨਤੀ ਕਰ ਰਿਹਾ ਤੇ ਬਲੀਆਵਾਲ ਸਾਹਿਬ ਨੂੰ ਵੀ ਬੇਨਤੀ ਕੀਤੀ ਆ, ਆਪਾਂ ਸ਼ਬਦਾਂ ਤੇ ਕੰਟਰੋਲ ਥੋੜਾ ਜਿਹਾ ਰੱਖੀਏ, ਕਿਸੇ ਤੇ ਨਿੱਜੀ ਅਟੈਕ ਨਾ ਕਰੀਏ। ਉਸ ਮੁੱਦੇ ਤੇ ਗੱਲ ਕਰ ਰਹੇ ਹਾਂ ਜਿਸ ਕਿਸੇ ਬੰਦੇ ਨੇ ਇਦਾਂ ਦਾ ਨਿੱਜੀ ਹਮਲਾ ਕੀਤਾ, ਜੇ ਅਸੀਂ ਵੀ ਉਦਾਂ ਦੀ ਸ਼ਬਦਾਵਲੀ ਵਰਤਣ ਲੱਗ ਜਾਂਗੇ ਫਿਰ ਡਿਬੇਟ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸਵਾਲ ਇਹ ਹੈ ਗੁਮਟਾਲਾ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਅਸੀਂ ਵੀ ਐਸਸੀ ਕਮਿਸ਼ਨ ਤੱਕ ਪਹੁੰਚ ਕੀਤੀ ਹੈ, ਅਕਾਲੀ ਦਲ ਨੇ ਵੀ ਐਸਸੀ ਕਮਿਸ਼ਨ ਤੱਕ ਪਹੁੰਚ ਕੀਤੀ ਹੈ, ਹੁਣ ਤੁਸੀਂ ਚਾਹੁੰਦੇ ਕਿਉਂ, ਹੋਣਾ ਕੀ ਚਾਹੀਦਾ? ਔਰ ਦੂਜਾ ਸਵਾਲ ਇਹ ਵੀ ਹੈ ਕਿ ਰਵਨੀਤ ਬਿੱਟੂ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਦਲਿਤ ਭਾਈਚਾਰੇ ਦੀ ਵੋਟ ਜਿਹੜੀ ਹੈ ਉਹ ਕਾਂਗਰਸ ਤੋਂ ਨਾਰਾਜ਼ ਨਹੀਂ ਹੋਏਗੀ? ਕਾਂਗਰਸ ਦੇ ਵਿੱਚ ਵੀ ਤਾਂ ਵਰਕਰ ਨੇ ਦਲਿਤ ਭਾਈਚਾਰੇ ਨਾਲ ਜੁੜੇ ਹੋਏ। ਜੇ ਰਵਨੀਤ ਬਿੱਟੂ ਨੂੰ ਇੰਨਾ ਨਹੀਂ ਪਤਾ ਕਿ ਮੈਂ ਦਲਿਤਾਂ ਬਾਰੇ ਕੁਝ ਗਲਤ ਬੋਲਾਂਗਾ ਤੇ ਸਾਡੀਆਂ ਵੀ ਤਾਂ ਵੋਟਾਂ ਕੱਟਣਗੀਆਂ। ਐਡੀ ਵੱਡੀ ਗਲਤੀ ਕੋਈ ਲੀਡਰ ਥੋੜੀ ਕਰ ਸਕਦਾ। ਹਰਪ੍ਰੀਤ ਜੀ ਵੇਖੋ, ਇਹਨਾਂ ਨੇ 60 ਸਾਲ ਰਾਜ ਕੀਤਾ ਆ ਸ਼ਡਿਊਲ ਕਾਸਟਾਂ ਦੀ ਵੋਟਾਂ ਲੈ ਕੇ। ਅੱਜ ਜੇ ਸ਼ਡਿਊਲ ਕਾਸਟ ਇਹਨਾਂ ਨੂੰ ਮਾੜੇ ਲੱਗਣ ਲੱਗ ਪਏ, ਖਾਸ ਕਰਕੇ ਸਭ ਤੋਂ ਵੱਧ ਪੰਜਾਬ ਵਿੱਚ ਗਿਣਤੀ ਮਜ਼੍ਹਬੀ ਸਿੱਖਾਂ ਦੀ ਆ, ਤੇ ਇਹਨਾਂ ਦਾ ਜਿਹੜੀ ਮਾਨਸਿਕਤਾ ਉਹ ਸਾਹਮਣੇ ਆਉਂਦੀ ਆ। ਇਹਨਾਂ ਦੀ ਇਸ ਸਰਕਾਰ ਦੇ ਵਿੱਚ ਇੱਕ ਵੀ ਮਜ਼੍ਹਬੀ ਸਿੱਖ ਜਿਹੜਾ ਕੋਈ ਮੰਤਰੀ ਨਹੀਂ ਲਿਆ ਇਹਨਾਂ। ਇਹ ਤਾਂ ਪਹਿਲਾਂ ਹੀ ਐਸੀਆਂ ਦੇ ਵਿਰੋਧੀ ਹੈਗੇ ਆ, ਤੇ ਅੱਜ ਇਹਨਾਂ ਦੀ ਜਿਹੜੀ ਬਿੱਲੀ ਉਹਦਾ ਥੱਲੇ ਬਾਹਰ ਆ ਗਈ ਆ। ਪਤਾ ਲੱਗ ਗਿਆ ਵੀ ਐਸੀਆਂ ਦੇ ਕਿੰਨੇ ਕੁ ਹਮਾਇਤੀ ਹੈਗੇ ਆ। ਅੱਜ ਬਲੀਆਵਾਲ ਸਾਹਿਬ ਜੇ ਕਹਿ ਤੇ ਗੁੱਸਾ ਤਾਂ ਕੀਤਾ ਮੇਰੇ ਨਾਲ ਗੱਲ ਦਾ, ਇਹਨਾਂ ਇੱਕ ਵਾਰੀ ਵੀ ਕਿਹਾ ਵੀ ਬਿੱਟੂ ਨੇ ਗੱਲ ਮਾੜੀ ਕੀਤੀ ਆ ਜਾਂ ਐਸੀ ਦੇ ਖਿਲਾਫ ਨਹੀਂ ਸੀ ਬੋਲਣਾ ਚਾਹੀਦਾ। ਇਹ ਸ਼ਰੇਆਮ ਉਹਦੀ ਪਿੱਠ ਪਥਾਪੜੇ ਆ ਵੀ ਜੋ ਉਹਨੇ ਕੀਤਾ ਵਧੀਆ ਕੀਤਾ ਆ। ਪਵਿੱਤਰ ਜਿਹੜੀ ਸੀਟਾਂ ਆ ਉੱਤੇ ਕੀ ਐਸੀ ਨਹੀਂ ਲੜ ਸਕਦਾ? ਐਸੀ ਨੂੰ ਪੂਰਾ ਅਧਿਕਾਰ ਹੈ, ਉਹ ਜਨਰਲ ਸੀਟ ਤੇ ਵੀ ਹਰ ਥਾਂ ਲੜ ਸਕਦਾ ਆ। ਤੇ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਸਾਰੀ ਪਾਰਟੀਆਂ ਨੂੰ, ਇਹੋ ਜਿਹੇ ਬੰਦੇ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ। ਐਸਸੀ ਐਕਟ ਦਾ ਪਰਚਾ ਹੋਣਾ ਚਾਹੀਦਾ ਆ, 295 ਇਹ ਦਾ ਪਰਚਾ ਹੋਣਾ ਚਾਹੀਦਾ। ਅੱਛਾ ਸੰਤੋਖ ਸਿੰਘ ਜੀ, ਇੱਕ ਸਵਾਲ ਦਾ ਜਵਾਬ ਦਿਓ ਨਾ। ਮੈਂ ਜਿਵੇਂ ਪਹਿਲਾਂ ਕਿਹਾ ਕਿ ਹਰ ਪਾਰਟੀ ਦੇ ਨਾਲ, ਕਿਉਂਕਿ ਇਹਨੇ ਸਾਡੀ ਐਸੀ ਸਮਾਜ ਦੀ ਜਿਹੜੀਆਂ ਭਾਵਨਾ ਨਾਲ ਠੇਸ ਪਹੁੰਚਾਈ ਆ। ਦਲਿਤ ਭਾਈਚਾਰੇ ਦੇ ਲੋਕ ਹਰ ਪਾਰਟੀ ਨਾਲ ਜੁੜੇ ਹੋਏ ਨੇ। ਜੇ ਰਵਨੀਤ ਬਿੱਟੂ ਨੇ ਦਲਿਤ ਭਾਈਚਾਰੇ ਬਾਰੇ ਗਲਤ ਕੋਈ ਸਟੇਟਮੈਂਟ ਦਿੱਤੀ ਹੈ ਤਾਂ ਕੀ ਰਵਨੀਤ ਬਿੱਟੂ ਨੂੰ ਇਹਦਾ ਪਤਾ ਨਹੀਂ ਹੈ ਕਿ ਉਹਦੀ ਪਾਰਟੀ ਨੂੰ ਵੀ ਵੋਟਾਂ ਕੱਟ ਜਾਣਗੀਆਂ, ਦਲਿਤ ਭਾਈਚਾਰੇ ਦੀਆਂ ਵੋਟਾਂ ਨਹੀਂ ਮਿਲਣਗੀਆਂ? ਮੈਂ ਤਾਂ ਇਹ ਵੀ ਕਹਾਂਗਾ ਦਲਿਤ ਸ਼ਬਦ ਵੀ ਨਹੀਂ ਆਪਾਂ ਵਰਤਣਾ ਚ ਗ੍ਰੇਸਫੁਲੀ ਕਰਨੀ ਚਾਹੀਦੀ ਆ। ਠੀਕ ਹੈ, ਚਲੋ ਜੀ ਮੈਂ ਤਾਂ ਇਹ ਵੀ ਤੁਹਾਨੂੰ ਬੇਨਤੀ ਕਰਾਂਗਾ ਵੀ ਆਪਾਂ ਦਲਿਤ ਸ਼ਬਦ ਵੀ ਨਾ ਵਰਤੀਏ, ਆਪਾਂ ਐਸੀ ਕਹਿ ਕੇ ਨਾ ਸੰਬੋਧਨ ਕਰੀਏ, ਕਿਉਂਕਿ ਦਲਿਤ ਸ਼ਬਦ ਵੀ ਜਿਹੜਾ ਉਹ ਏਡਾ ਸਤਿਕਾਰਯੋਗ ਨਹੀਂ ਹੈਗਾ। ਚਲੋ ਮੈਨੂੰ ਦੱਸੋ ਨਾ, ਐਸੀ ਵੋਟਾਂ, ਚਲੋ ਮੈਂ ਐਸੀ ਵਰਡ ਯੂਜ਼ ਕਰ ਲੈਣਾ, ਜਿਹੜੀਆਂ ਐਸੀ ਵੋਟਾਂ ਨੇ ਉਹ ਵੀ ਤਾਂ ਕਾਂਗਰਸ ਦੇ ਨਾਲ ਜੁੜੀਆਂ ਹੋਈਆਂ ਨੇ। ਐਸੀ ਵਰਕਰ ਜੁੜਿਆ ਹੋਇਆ, ਐਸੀ ਕੈਬਨਿਟ ਮਿਨਿਸਟਰ ਬਣੇ ਹੋਏ ਨੇ, ਅੱਜ ਪੜ੍ਹ ਲਿਖ ਗਏ ਆ, ਸਾਰੇ ਕੁਝ ਜਾਣਕਾਰੀ ਰੱਖਦੇ ਆ। ਸਾਡੇ ਐਸੀ ਸਮਾਜ ਦੇ ਲੋਕ ਜਿਹੜੇ ਆ, ਦੇਖੋ ਇਹਨਾਂ ਨੂੰ ਪੁੱਛੋ ਵੀ ਇੱਕ ਵੀ ਮਜ਼੍ਹਬੀ ਸਿੱਖ ਦੀ ਕੈਬਨਿਟ ਚ ਹੈਗਾ ਕੋਈ ਮੰਤਰੀ? ਸਭ ਤੋਂ ਵੱਧ ਗਿਣਤੀ ਸਾਡੀ ਹੈਗੀ ਆ। ਠੀਕ ਹੈ, ਪ੍ਰਤਪਾਲ ਸਿੰਘ ਹੋਰਾਂ ਤੋਂ ਹੁਣ ਰਿਪਲਾਈ ਲੈਣਾ। ਪ੍ਰਤਪਾਲ ਸਿੰਘ ਜੀ, ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਤੁਸੀਂ ਜਿਵੇਂ ਤੁਸੀਂ ਕਿਹਾ ਕਿ ਫਲਾਣੀ ਪਾਰਟੀ ਦੇ ਵਿੱਚ ਚੱਲ ਰਿਹਾ, ਢਿਮਕੀ ਪਾਰਟੀ ਚੱਲ ਰਿਹਾ,
ਉਹ ਤਾਂ ਸਾਰੀਆਂ ਪਾਰਟੀਆਂ ਚੱਲ ਰਿਹਾ। ਅੱਜ ਤੁਹਾਡੀ ਪਾਰਟੀ ਤੋਂ ਕੌਣ ਵਾਕਿਫ ਨਹੀਂ ਹੈ ਕਿ ਕੀ ਚੱਲ ਰਿਹਾ, ਕੀ ਲੰਚ ਡਿਪਲੋਮੈਸੀ ਚੱਲ ਰਹੀ ਹੈ ਤੇ ਕਿੱਥੇ ਜਾ ਕੇ ਅਰਜ਼ੀਆਂ ਦਰਖਾਸਤਾਂ ਦੇਣੀਆਂ ਪੈਂਦੀਆਂ ਨੇ। ਇਹ ਤੁਹਾਡੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਜਾਂ ਫਲਾਣੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਮੇਰਾ ਸਵਾਲ ਸਿਰਫ ਇਹ ਖੜਾ ਹੁੰਦਾ ਕਿ ਸਾਨੂੰ ਉਹਨਾਂ ਚੀਜ਼ਾਂ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ ਜੋ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਾਂ ਕਿਸੇ ਕੌਮ ਨੂੰ ਜਾਂ ਕਿਸੇ ਬਰਾਦਰੀ ਨੂੰ ਠੇਸ ਪਹੁੰਚਾਉਂਦੇ ਹੋਣ। ਇੱਕ ਸਿੰਪਲ ਜਿਹਾ ਸਵਾਲ ਮੈਂ ਤੁਹਾਡੇ ਤੋਂ ਪੁੱਛਿਆ ਸੀ, ਤੁਹਾਡੇ ਤੋਂ ਉਹਦਾ ਜਵਾਬ ਨਹੀਂ ਦਿੱਤਾ ਗਿਆ ਵੀ ਇਸ ਦਾ ਕੋਈ ਮਤਲਬ ਨਿਕਲਦਾ ਹੈ ਕਿ ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਵਰਗੀਆਂ ਪਵਿੱਤਰ ਸੀਟਾਂ ਬਸਪਾ ਨੂੰ ਦੇ ਦਿੱਤੀਆਂ। ਇਹਦਾ ਸਿੱਧਾ ਮਤਲਬ ਕੀ ਨਿਕਲਦਾ? ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ। ਜਿੰਨੇ ਮਰਜ਼ੀ ਪੜਦੇ ਪਾਈ ਜੋ ਪੜਦਾ ਨਹੀਂ ਪੈਣ ਵਾਲਾ। ਹਰਪ੍ਰੀਤ ਜੀ, ਮੈਂ ਬੜੀ ਸਪਸ਼ਟ ਲਫ਼ਜ਼ਾਂ 'ਚ ਕਹਿਣਾ, ਮੈਂ ਰਵਨੀਤ ਬਿੱਟੂ ਨੂੰ ਡਿਫੈਂਡ ਨਹੀਂ ਕਰ ਰਿਹਾ। ਜਿਹੜੀ ਉਹਨਾਂ ਨੇ ਗੱਲ ਆਖੀ ਆ ਉਹਨਾਂ ਨੇ ਆਪ ਸਪਸ਼ਟੀਕਰਨ ਦਿੱਤਾ ਹੈ। ਪਰ ਜਿਹੜੀ ਇਹ ਸਵਾਲ ਤੁਸੀਂ ਮੈਨੂੰ ਪੁੱਛਦੇ ਹੋ, ਮੈਂ ਉਸ ਚੀਜ਼ ਦਾ ਜਵਾਬ ਦੇ ਰਿਹਾ। ਉਹ ਚਾਹੇ ਸੰਘੇੜਾ ਸਾਹਿਬ ਨੂੰ ਗੁੱਸਾ ਲੱਗੇ, ਚਾਹੇ ਠੰਡਲ ਸਾਹਿਬ ਨੂੰ ਲੱਗੇ ਜਾਂ ਗੁਮਤਾਲਾ ਸਾਹਿਬ ਨੂੰ ਲੱਗੇ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ। ਸੱਚ ਹੈ। ਪਹਿਲੀ ਗੱਲ ਇਹ ਕਿ ਚਮਕੌਰ ਸਾਹਿਬ ਦੀ ਸੀਟ ਪਵਿੱਤਰ ਸੀਟ ਹੈ, ਨੋ ਡਾਊਟ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਆ ਉੱਥੇ, ਜ਼ੁਲਮ ਦੇ ਖਿਲਾਫ ਲੜੇ ਆ ਉੱਥੇ, ਤੇ ਹੈ ਹੀ ਐਸੀ ਸੀਟ। ਉੱਥੇ ਐਸੀ ਸਮਾਜ ਦੇ ਲੋਕ ਨੇ ਹੀ ਲੜਨਾ। ਚਰਨਜੀਤ ਚੰਨੀ ਉੱਥੋਂ ਲੜਦੇ ਨੇ, ਉਹ ਐਸੀ ਸਮਾਜ ਨਾਲ ਹੀ ਤਾਲੁਕਾਤ ਰੱਖਦੇ ਨੇ। ਫਿਰ ਮੈਨੂੰ ਠੰਡਲ ਸਾਹਿਬ ਕਹਿੰਦੇ ਸਿੱਖ ਇਤਿਹਾਸ ਦਾ ਨਹੀਂ ਪਤਾ। ਸਿੱਖ ਇਤਿਹਾਸ ਦਾ ਸਭ ਕੁਝ ਪਤਾ ਹੈ ਸਾਨੂੰ, ਪਰ ਜਿਹੜੇ ਠੇਕੇਦਾਰ ਬਣੇ ਹੋਏ ਆ ਪੰਥ ਦੇ, ਉਹਨਾਂ ਨੂੰ ਭੁੱਲ ਗਿਆ ਹੋਇਆ। ਉਹਨਾਂ ਦੇ ਰਾਜ 'ਚ ਬੇਅਦਬੀਆਂ ਹੋਈਆਂ ਨੇ। ਲੋਕ ਉਸ ਚੀਜ਼ ਦਾ ਹਿਸਾਬ ਮੰਗਦੇ ਆ, ਜਵਾਬ ਮੰਗਦੇ ਆ, ਪਰ ਉਹ ਲੈ ਜਾਣਗੇ ਦੂਜੇ ਪਾਸੇ। ਮੈਂ ਉਹ ਗੱਲਾਂ ਨਿੱਜੀ ਨਹੀਂ ਕਰਨੀਆਂ ਚਾਹੁੰਦਾ ਕਈ ਚੀਜ਼ਾਂ ਦੇ ਉੱਪਰ। ਜਿਹੜੇ ਬੀਜੇਪੀ ਵਾਲੇ ਮੇਰੇ ਸੱਜਣ ਬੈਠੇ ਆ ਪਿਛਲੇ ਦਿਨੀ ਰਾਸ਼ਟਰਪਤੀ ਜੀ ਗਏ ਸੀਗੇ, ਐਸੀ ਸਮਾਜ ਨੂੰ ਬਿਲੋਂਗ ਕਰਦੇ ਨੇ, ਉਹਨਾਂ ਨੂੰ ਇੱਕ ਮੰਦਿਰ ਦੇ ਵਿੱਚ ਜਾਣ ਨਹੀਂ ਦਿੱਤਾ ਸਵਰਨਕਾਰ ਸਮਾਜ ਨੇ। ਉਸ ਤੋਂ ਬਾਅਦ ਗੱਲ ਕਰਾਂ RSS ਦੀ ਸੋਚ ਦੀ, RSS ਤਾਂ ਇਹ ਕਹਿੰਦੀ ਹੈ ਕਿ ਰਿਜ਼ਰਵੇਸ਼ਨ ਖਤਮ ਕਰ ਦੇਣੀ ਚਾਹੀਦੀ ਹੈ ਹਿੰਦੁਸਤਾਨ ਦੇ ਵਿੱਚੋਂ। ਉਹ ਕਿਹੜੇ ਐਸੀਆਂ ਦੇ ਹਿਤਕਾਰੀ ਹੋ ਗਏ? ਤੁਸੀਂ ਜਸਟੀਫਿਕੇਸ਼ਨ ਦੇ ਰਹੇ ਹੋ। BR ਅੰਬੇਦਕਰ, ਬਾਬਾ ਸਾਹਿਬ ਅੰਬੇਦਕਰ ਦਾ ਬਣਾਇਆ ਹੋਇਆ ਕਨਸਟੀਟਿਊਸ਼ਨ ਤੋੜਨ ਲੱਗੇ ਹੋਏ ਆ, ਜਸਟੀਫਾਈ ਕਰ ਰਹੇ ਹੋ, ਢਾਂਚਾ ਤੋੜਨ ਲੱਗੇ ਹੋਏ ਆ। ਰਵਨੀਤ ਬਿੱਟੂ ਦਾ ਬਿਆਨ ਜਸਟੀਫਾਈਡ ਕਰ ਰਹੇ ਹੋ। ਉਹਨਾਂ ਨੂੰ ਐਸੀ ਸਮਾਜ ਦਾ ਇੰਨਾ ਜੇ ਕਾਂਗਰਸ ਜੇ ਬੀਜੇਪੀ ਇਹ ਕਰਦੀ ਹੈ ਜਾਂ ਫਲਾਣੀ ਟਿਮਕੀ ਕਰਦੀ ਹੈ, RSS ਕਰਦੀ ਹੈ, ਤੇ ਜੇ ਕਾਂਗਰਸ ਨੇ ਕਰ ਲਿਆ ਤਾਂ ਕੀ ਹੋ ਗਿਆ? ਇਹ ਜਸਟੀਫਿਕੇਸ਼ਨ ਹੈਗੀ ਹੈ ਦਲਿਤਾਂ ਦੇ ਪ੍ਰਤੀ, SC ਦੇ ਪ੍ਰਤੀ? ਮੈਂ ਬਿਲਕੁਲ ਜਸਟੀਫਾਈ ਨਹੀਂ ਕਰਦਾ। ਮੈਂ ਹਰਪ੍ਰੀਤ ਜੀ, ਮੈਂ ਬਿਲਕੁਲ ਜਸਟੀਫਾਈ ਨਹੀਂ ਕਰਦਾ। ਮੈਂ ਇੱਕ ਗੱਲ ਕਹਿ ਰਿਹਾ, ਉਹਦੇ ਵਿੱਚ BSP ਸ਼ਬਦ ਸੀ, SC ਸਮਾਜ ਲਈ ਕਿੱਥੇ ਮਾੜਾ ਸ਼ਬਦ ਵਰਤਿਆ ਗਿਆ? ਚਲੋ ਮੈਂ SC ਸਮਾਜ ਨੂੰ ਕਹਿੰਦੇ ਨਹੀਂ, ਫਿਰ ਕਹਿ ਰਿਹਾ, ਚਲੋ ਮੈਂ BSP ਤੇ ਕਹਿ ਦੇਣਾ। ਦੇ ਬਿਹਾਫ ਦੇ ਉੱਪਰ ਕੋਈ ਗੱਲ ਨਹੀਂ ਕਰ ਰਿਹਾ। ਮੈਂ ਕਾਂਗਰਸ ਪਾਰਟੀ ਦੇ ਬਿਹਾਫ ਤੇ ਕਰ ਰਿਹਾ। ਉਹਨਾਂ ਨੂੰ ਆਪ ਦੀ ਕਲੈਰਿਟੀ ਆਪ ਖੁਦ ਦੇਣਗੇ। BSP ਨੂੰ ਨਹੀਂ ਖੜਾ ਹੋਣਾ ਚਾਹੀਦਾ ਪਵਿੱਤਰ ਸੀਟਾਂ ਤੇ? ਛੱਡ ਦੇਣਾ ਮੈਂ SC ਜਾਂ ਦਲਿਤ ਭਾਈਚਾਰੇ ਨੂੰ, BSP ਨੂੰ ਖੜਨ ਦਾ ਕੋਈ ਅਧਿਕਾਰ ਨਹੀਂ ਹੈ ਪਵਿੱਤਰ ਸੀਟਾਂ ਤੇ? ਮੈਂ ਇੱਕ ਗੱਲ ਕਹਿ ਰਿਹਾ, 115 ਸੀਟਾਂ ਦੇ ਪਿਛਲੀ ਵਾਰ ਵੀ ਲੜੀ ਆ BSP। ਸਾਰੀਆਂ ਸੀਟਾਂ ਤੇ ਲੜਨ ਦਾ ਅਧਿਕਾਰ BSP ਨੂੰ ਆ। ਗੱਲ ਕਹਿਣ ਦਾ ਸ਼ਬਦ ਆ ਜਿਹੜਾ ਠੱਗ ਬੰਧਨ ਹੋਇਆ, ਠੱਗੇ ਗਏ ਨੇ BSP ਦੇ ਲੋਕ। ਜਿੱਥੇ 10,000 ਤੋਂ ਥੱਲੇ ਵੋਟਾਂ ਪਈਆਂ ਨੇ, ਮੋਹਾਲੀ ਵਰਗੀ ਸੀਟ ਹੋ ਗਈ, ਖਰੜ ਵਰਗੀ ਸੀਟ ਹੋ ਗਈ, ਜੇ BSP ਦਾ ਆਧਾਰ ਹੈ ਨਹੀਂਗਾ। ਚਮਕੌਰ ਸਾਹਿਬ ਦੀ ਧਰਤੀ ਵਾਲੀ ਸੀਟ ਹੋ ਗਈ, ਜਿੱਥੇ BSP ਘੱਟ ਵੋਟਾਂ ਨੇ ਬੈਠੀ, ਉੱਥੇ ਪੰਥਕ ਪਾਰਟੀ ਪੰਥ ਕਹਾਉਣ ਵਾਲੇ ਲੋਕ, ਇਹਦਾ ਫਿਕਰ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ, ਇਹਦਾ ਫਿਕਰ ਤਾਂ ਉਹਨਾਂ ਹੋਣਾ ਚਾਹੀਦਾ ਬਲੀਵਾਲ ਸਾਹਿਬ। ਉਹ ਚੀਜ਼ ਤੋਂ ਭੱਜੇ ਹੋਏ ਨੇ। ਬਲੀਵਾਲ ਸਾਹਿਬ ਇਹਦਾ ਫਿਕਰ ਤਾਂ ਪਾਰਟੀ ਨੂੰ ਹੋਵੇ, ਤੁਹਾਨੂੰ ਕਿਉਂ ਪਾਈ ਜਾਈਏ? ਉਹਦਾ ਐਂਗਲ ਜਿੰਨਾ ਮਰਜ਼ੀ ਕਹਿ ਦਈਏ, ਹਰ ਗੱਲ ਐਂਗਲ ਲੈ ਕੇ ਆ ਜਾਂਦੇ ਆ। ਸਿੰਪਲ ਐਂਡ ਕਲੀਅਰ ਹੈ। ਬੇਅਦਬੀ ਤਾਂ ਹੁਣ ਨਿਕਲੇ ਸਾਰੀ ਨੇ, ਬੇਅਦਬੀ ਹੈ ਜੀ। ਉਹਨਾਂ ਨੇ ਕਿਉਂ ਕਹਿੰਦਾ ਸਾਡੇ ਗਠਬੰਧਨ ਦੀ ਅੰਗ ਪਾੜੇ ਆ, ਉਹਦੀ ਬੇਅਦਬੀ ਕੀਤੀ ਹੈ। ਰੂੜੀਆਂ ਦੇ ਠੰਡਲ ਸਾਹਿਬ ਬੋਲੋ ਕੀ ਕਹਿ ਰਹੇ? ਗੁਰੂ ਗ੍ਰੰਥ ਸਾਹਿਬ ਨੇ ਗੋਲੀਆਂ ਮਾਰੀਆਂ, ਉਹਨਾਂ ਬਾਰੇ ਕੀ ਤੁਹਾਡਾ ਖਿਆਲ ਵਾ? ਤੇ ਇੱਕ ਗੱਲ ਸੁਣੋ, ਜਿਹਨੇ ਗੁਰੂ ਗ੍ਰੰਥ ਸਾਹਿਬ ਨੇ ਗੋਲੀਆਂ ਮਾਰੀਆਂ, ਐਸੀ ਸਮਾਜ ਨੂੰ ਦੁੱਖ ਲੱਗ ਰਿਹਾ ਹੈ, ਐਸੀ ਸਮਾਜ ਨੂੰ ਦੁੱਖ ਲੱਗ ਰਿਹਾ ਹੈ, ਪਵਿੱਤਰ ਗੁਰਧਾਮ ਸਾਡੇ ਖਤਮ ਕੀਤੇ, ਹਮਲੇ ਕੀਤੇ, ਉਹਨਾਂ ਬਾਰੇ ਕੀ ਆਖੋਗੇ ਤੁਸੀਂ? ਪਵਿੱਤਰ ਬਾਣੀ ਭਗਤ ਰਵਿਦਾਸ, ਗੁਰੂ ਰਵਿਦਾਸ। ਚਲੋ ਇੱਕ ਕਰਕੇ ਆਲੇ, ਇੱਕ ਕਰਕੇ ਤੁਹਾਨੂੰ ਸਿੱਖ ਧਰਮ ਦੀ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ। ਬਲੀਆਂ ਵਾਲਾ ਸਾਹਿਬ ਹੋਈ ਹੈ, ਉਹਨਾਂ ਨੂੰ ਉਹ ਚੀਜ਼ਾਂ ਯਾਦ ਨਹੀਂ ਹੋ ਰਹੀਆਂ। ਬਲੀਆਂ ਵਾਲਾ ਸਾਹਿਬ ਮੈਂ ਉਹਨਾਂ ਦੀ ਗੱਲ ਕਰਦਾ। ਬਲੀਏ ਵਾਲਾ ਸਾਹਿਬ, ਜਿਹੜਾ ਤੁਸੀਂ ਇਦਾਂ ਫਿਰ ਦੁਬਾਰਾ ਸੱਚ ਸੁਣਨਾ ਬੜਾ ਔਖਾ ਹੋ ਗਿਆ। ਸੱਚ ਸੁਣਨਾ, ਇਹਨਾਂ ਨੂੰ ਸੱਚ ਸੁਣਨਾ, ਸੱਚ ਚੁੱਭਦਾ ਹੁਣ, ਸੱਚ ਕੌੜਾ ਲੱਗਦਾ ਸੱਚ ਇਹਨਾਂ ਨੂੰ। ਸੰਮਣ ਕਰਦੇ ਆ, ਭੱਜ ਜਾਂਦੇ ਆ ਬਿਮਾਰੀ ਦਾ ਹਵਾਲਾ ਲੈ ਕੇ। ਮਾਇਆਵਤੀ ਨੂੰ ਕਹਿੰਦੇ ਹੋ ਮੈਂ ਸਾਡੀਆਂ ਸੀਟਾਂ ਦੀ ਸੱਚ ਕੋਲ ਲੱਗਦਾ ਆ। ਚਲੋ ਇੱਕ ਕਰਕੇ ਨਾ, ਇੱਕ ਮਿੰਟ ਬਲੀਵਾਲ ਸਾਹਿਬ, ਤੁਹਾਡੇ ਰਾਜ ਦੇ ਵਿੱਚ ਹੋਈ ਆ, ਲੋਕੀ ਕਹਿੰਦੇ ਨੇ ਲੋਕੀ ਕਹਿੰਦੇ ਨੇ ਇਹ ਗੱਲ, ਇੱਕ ਕਰਕੇ ਲੋਕ ਕਹਿੰਦੇ ਆ ਲੋਕਾਂ ਨੇ ਨਕਾਰੇ ਹੋ। ਬਲੀਵਾਲ ਸਾਹਿਬ ਇੱਕ ਮਿੰਟ ਆ ਗਿਆ ਨਾ, ਬਲੀਵਾਲ ਸਾਹਿਬ, ਬਲੀਵਾਲ ਸਾਹਿਬ ਇੱਕ ਮਿੰਟ, ਤੁਹਾਡੀ ਜ਼ਮੀਨ ਖੁਸ਼ਤੀ ਚੱਲਦੀ ਹੋ ਤਾਂ ਤੁਹਾਨੂੰ ਸੱਚ ਕੋੜਾ ਲੱਗਦਾ ਹੈ?
ਦੁਬਾਰਾ ਫੇਰ ਬਲੀਏਵਾਲ ਸਾਹਿਬ ਪਵਿੱਤਰ ਸੀਟਾਂ ਦਾ ਨਾਮ ਲੈ ਕੇ, ਪਵਿੱਤਰ ਥਾਵਾਂ ਦਾ ਨਾਮ ਲੈ ਕੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਾਨੂੰ ਚੰਗੀ ਤਰ੍ਹਾਂ ਪਤਾ, ਸਾਰੀ ਦੁਨੀਆ ਨੂੰ ਪਤਾ, ਆਈ ਵੁੱਡ ਸੇ ਜਿੱਥੇ ਕਿਤੇ ਵੀ ਲੋਕ ਬੈਠੇ ਆ ਇੰਡੀਆ ਨਾਲ ਸੰਬੰਧਿਤ, ਸਾਰੇ ਇੰਡੀਆ 'ਚ ਪਤਾ ਆ, ਜਾਂ ਭਾਈਚਾਰੇ ਜਿਹੜੇ ਵੀ ਜਿੱਥੇ ਦੁਨੀਆ 'ਚ ਕਿਤੇ ਵੀ ਬੈਠੇ, ਸਾਰਿਆਂ ਨੂੰ ਪਤਾ ਕਿ ਚਮਕੌਰ ਸਾਹਿਬ ਦੀ ਕੀ ਪਵਿੱਤਰਤਾ ਆ, ਆਨੰਦਪੁਰ ਸਾਹਿਬ ਦੀ ਕੀ ਪਵਿੱਤਰਤਾ ਆ, ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਕੀ ਪਵਿੱਤਰਤਾ ਹੈ, ਜਿੱਥੇ ਇਹਨਾਂ ਦੀ ਪ੍ਰਧਾਨ ਮੰਤਰੀ ਨੇ ਫੌਜਾਂ ਚੜਾਈਆਂ ਔਰ ਹਮਲਾ ਵੀ ਉਸ ਦਿਨ ਕੀਤਾ ਫੌਜ ਰਾਹੀਂ, ਜਿਸ ਦਿਨ ਗੁਰਪੁਰਬ ਸੀਗਾ, ਜਿਸ ਦਿਨ ਸਭ ਤੋਂ ਵੱਧ ਬੱਚੇ, ਬੀਬੀਆਂ ਤੇ ਬਜ਼ੁਰਗ ਸੀਗੇ, ਉਹ ਵੀ ਨਿਰਦੋਸ਼ੇ ਜਿਹੜੇ ਆ ਮਤਲਬ ਮਾਰੇ ਗਏ। ਉਸ ਤੋਂ ਬਾਅਦ ਦਿੱਲੀ ਦੇ ਵਿੱਚ ਨਿਰਦੋਸ਼ੇ ਸਿੱਖਾਂ ਦੇ ਜਿਹੜੇ ਬੀਐਸਪੀ ਵਾਲੇ, ਮੈਨੂੰ ਬੋਲਣ ਦਿਓ ਹੁਣ, ਮੈਨੂੰ ਬੋਲਣ ਦਿਓ, ਬੀਐਸਪੀ ਦੇ ਮੈਂਬਰ ਵੀ ਹੋਣਗੇ ਦਿੱਲੀ ਵਿੱਚ ਜਿਨ੍ਹਾਂ ਦੇ ਗਲਾਂ 'ਚ ਟਾਇਰ ਪਾਏ ਤੁਸੀਂ, ਤੁਹਾਡੇ ਮੁੱਖ ਮੰਤਰੀ ਰਾਜੀਵ ਗਾਂਧੀ ਦੇ ਇਸ਼ਾਰੇ ਤੇ ਜਿਨ੍ਹਾਂ ਦੇ ਗਲਾਂ 'ਚ ਟਾਇਰ ਪਾਏ, ਉਹ ਉੱਥੇ ਵੀ ਉਹ ਸਿੱਖ ਸੀਗੇ, ਸਿੱਖ ਲੱਭ ਕੇ ਪਗੜੀ ਦੇਖ ਕੇ ਜੇ ਤੇ ਦਿੱਲੀ ਦੇ ਮੁੱਖ ਮੰਤਰੀ ਦੇ ਰਾਜ ਤੇ ਵਿੱਚ ਦਿੱਲੀ ਲੱਗੇ ਹੋਏ ਆ ਮੁਸਲਮਾਨਾਂ ਦੇ ਗਲਾਂ 'ਚ ਟਾਇਰ ਪਾਏ, ਤੁਸੀਂ ਕਰਾਇਆ ਜਾਂ ਬੀਜੇਪੀ ਨੇ ਕਰਾਇਆ, ਸਾਡਾ ਨਹੀਂ ਕੰਮ, ਸਾਡਾ ਨਹੀਂ ਕੰਮ ਉਹ, ਜਾਂ ਬੀਜੇਪੀ ਦਾ ਕੰਮ ਹੈ ਜਾਂ ਤੁਹਾਡਾ ਇਹ ਕੰਮ ਹੈ। ਹੁਣ ਤੁਸੀਂ ਰੌਲਾ ਪਾਉਣ ਲੱਗਾ, ਰੌਲਾ ਪਾਉਣ ਨਾਲ ਥੋੜੀ ਜਿਹੀ ਸੱਚੀ ਹੋ ਜਾਣਾ। ਮੈਂ ਤਾਂ ਤੁਹਾਨੂੰ ਦਰਬਾਰ ਸਾਹਿਬ ਦੀ ਪਵਿੱਤਰਤਾ ਨਹੀਂ ਪਤਾ, ਸੱਚੀ ਗੱਲ ਕੀ ਹੈ, ਤੁਹਾਨੂੰ ਦਰਬਾਰ ਸਾਹਿਬ ਦੀ ਪਵਿੱਤਰਤਾ ਨਹੀਂ ਪਤਾ, ਹੋਇਆ ਤਸ਼ੱਦਦ ਉਹਦੇ ਬਾਰੇ, ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਵਿੱਤਰਤਾ ਨਹੀਂ ਪਤਾ, ਨਹੀਂ ਸੀਗੀ ਤੁਹਾਨੂੰ ਪਤਾ ਅੱਜ ਵਿੱਚ ਕਿਉਂ ਬੋਲ ਰਹੇ ਹੋ? ਬਲੀਏਵਾਲ ਸਾਹਿਬ, ਬਾਰੀ ਸਰ ਬੋਲੋ, ਬਾਰੀ ਸਰ ਬੋਲੋ, ਵੱਧ ਤੋਂ ਵੱਧ ਨਿੰਦਾ ਕੀਤੀ ਬਾਰੀ ਸਰ ਬੋਲੋ, ਪਰ ਗੱਲ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਕਿਵੇਂ ਬਚੋਗੇ? ਬਾਰੀ ਸਰ ਬੋਲੋ ਨਾ, ਦੇਖਿਆ ਫੇਰ ਦੂਜਿਆਂ ਤੇ ਦੋਸ਼ ਲਾਉਣ ਨਾਲ ਤੁਸੀਂ ਨਿਰਦੋਸ਼ ਨਹੀਂ ਹੋ ਜਾਣਾ, ਤੁਸੀਂ ਕੀ ਕਰਦੇ ਹੋ? ਦੂਜਿਆਂ ਤੇ ਦੋਸ਼ ਲਾਉਣ ਨਾਲ ਤੁਸੀਂ ਨਿਰਦੋਸ਼ ਨਹੀਂ ਹੋ ਜਾਣਾ। ਦਿੱਲੀ 'ਚ ਨਹੀਂ ਹੋਏ, ਤੁਸੀਂ ਡਿਬੇਟ ਨੂੰ ਨਹੀਂ ਬਲੂੰਦਰੇ ਗਏ, ਤੁਸੀਂ ਡਿਬੇਟ ਨੂੰ ਰਿਵਰਸ ਕਰ ਰਹੇ ਹੋ। ਨੇ ਕੀ ਕਿਹਾ ਤੁਹਾਨੂੰ? ਡਿਬੇਟ ਸਿੰਘ ਦੇ ਭਰਾ ਨੇ ਕੀ ਕਿਹਾ ਤੁਹਾਨੂੰ? ਡਿਬੇਟ ਉਹ ਵੀ ਨੂੰ ਦੱਸ ਦਿਓ। ਰਿਵਰਸ ਕਰ ਰਹੇ ਹੋ ਤੁਸੀਂ, ਡਿਸਟਰਬ ਕਰ ਰਹੇ ਹੋ। ਇੱਕ ਇੱਕ ਕਰਕੇ ਬਲੀਵਾਲ ਸਾਹਿਬ ਗੱਲ ਸੁਣਦਾ ਹੌਸਲਾ ਰੱਖੋ। ਜੇ ਤੁਸੀਂ ਗਲਤ ਪਾਸੇ ਨੂੰ ਲੈ ਕੇ ਚੱਲੋਗੇ ਸੰਗੇੜਾ ਸਾਹਿਬ, ਸਵਾਲ ਖੜਾ ਹੋ ਜਾਏ, ਇੱਕ ਮਿੰਟ, ਅਸੀਂ ਤੁਹਾਡੇ ਸ਼ਬਦ ਤੋਂ ਗੱਲ ਘੁਮਾਈ ਜਾਓ, ਪੰਜਾਬੀ ਹੋਣ ਦੇ ਨਾਤੇ ਕਿੱਥੇ ਲੈ ਕੇ ਜਾਣਾ? ਸਵਾਲ ਇਹ ਖੜਾ ਹੁੰਦਾ ਨਾ, ਸਵਾਲ ਇਹ ਖੜਾ ਹੁੰਦਾ ਜਦੋਂ ਤੁਸੀਂ ਬੇਅਦਬੀਆਂ ਦੀ ਗੱਲ ਕਰਦੇ ਹੋ ਤੇ ਜਦੋਂ ਤੁਹਾਡੇ ਰਾਜ 'ਚ ਬੇਅਦਬੀਆਂ ਹੋਣਗੀਆਂ ਅਗਲੇ ਵੀ ਕਰਨਗੇ ਨਾ। ਫਿਰ ਉਹ ਕਾਂਗਰਸੀਓ, ਤੁਹਾਡੀ ਫੌਜ ਨੇ, ਤੁਹਾਡੀ ਸੀਆਰਪੀਐਫ ਨੇ ਮੇਰੇ ਅੰਮ੍ਰਿਤਧਾਰੀ ਭਰਾ ਨੂੰ ਨਜਾਇਜ਼ ਫੜ ਕੇ ਬੰਦ ਰੱਖਿਆ। ਮੈਂ ਅੰਮ੍ਰਿਤਧਾਰੀ ਵੀ ਨਹੀਂ ਸੀਗਾ, ਮੈਨੂੰ ਵੀ ਨਜਾਇਜ਼ ਫੜ ਕੇ ਬੰਦ ਰੱਖਿਆ। ਮੇਰੀ ਅੰਮ੍ਰਿਤਧਾਰੀ ਮਾਂ ਨੂੰ ਧੱਕੇ ਮਾਰੇ। ਮੈਂ ਅਸੀਂ ਕਿੱਦਾਂ ਭੁੱਲ ਸਕਦੇ ਹਾਂ? ਅਸੀਂ ਪੀੜਤ ਹਾਂ ਉਸ ਜਿਹੜੇ ਜੋ ਕੁਝ ਪੰਜਾਬ 'ਚ ਹੋਇਆ। ਸਾਡਾ ਕਿਤੇ ਵੀ ਅੱਤਵਾਦੀਆਂ 'ਚ ਨਾਂ ਨਹੀਂ ਆਉਂਦਾ, ਸਿਰਫ ਸਾਡੀ ਸ਼ਕਲ, ਸਾਡਾ ਸਰੂਪ ਦੇਖ ਕੇ। ਤੁਸੀਂ ਫੇਰ ਉਹਨਾਂ ਗੱਲਾਂ ਤੇ ਲਿਆ ਰਹੇ ਹੋ ਮੋੜ ਕੇ। ਹਾਂਜੀ, ਇਲੈਕਸ਼ਨ ਕਮਿਸ਼ਨ ਹਰਪ੍ਰੀਤ ਜੀ ਚੋਣ ਕਰਾਉਂਦਾ ਆ, ਇਹਦੇ ਵਿੱਚ ਤਾਂ ਦੂਜੀਆਂ ਗੱਲਾਂ ਆਉਣੀਆਂ ਨਹੀਂ ਚਾਹੀਦੀਆਂ। ਹਾਂਜੀ, ਸਾਰਿਆਂ ਨੂੰ ਸਤਿਕਾਰ ਹੈ, ਕਾਂਗਰਸੀਆਂ ਦਾ ਸਤਿਕਾਰ ਜਿਹੜਾ ਮੈਂ ਜਗਜ਼ਾਹਰ ਕਰਤਾ ਆ। ਇਹ ਗੱਠਜੋੜ ਕੀਤਾ, ਗੱਠਜੋੜ ਤੇ ਟਿੱਪਣੀ ਕਰੋ, ਅਸੀਂ ਵੀ ਕਰ ਰਹੇ ਹਾਂ। ਅਸੀਂ ਵੀ ਕਹਿੰਦੇ ਸਾਨੂੰ ਕੋਈ ਫਰਕ ਨਹੀਂ, ਕੋਈ ਸਾਡੇ ਉੱਪਰ ਡਿੱਗਣ ਲੱਗੇ। ਹਾਂਜੀ, ਤੁਸੀਂ ਕਿਸੇ ਭਾਈਚਾਰੇ ਦੀ ਜਾਂ ਉਹਦੇ ਬਾਰੇ ਵੱਖ-ਵੱਖ ਬਰਾਦਰੀਆਂ ਦੇ ਉੱਤੇ ਨਾ ਹਮਲੇ ਕਰੋ। ਇਹ ਬਿਲਕੁਲ ਇਲੀਗਲ ਹੈ, ਬਿਲਕੁਲ ਸੰਵਿਧਾਨ ਦੇ ਉਲਟ ਹੈ, ਕ੍ਰਿਮੀਨਲ ਅਫੈਂਸ ਹੈ। ਮੈਂ ਤਾਂ ਇਹੀ ਕਹੂੰਗਾ, ਸੰਵਿਧਾਨ ਦੇ ਜਿਹੜੀਆਂ ਚੋਣਾਂ ਹੋਣੀਆਂ, ਇਲੈਕਸ਼ਨ ਕਮਿਸ਼ਨ ਨੇ ਚੋਣਾਂ ਕਰਾਉਣੀਆਂ, ਉਹਨਾਂ ਦੀ ਡੈਫੀਨੇਸ਼ਨ ਦੇ ਅਨੁਸਾਰ ਜਿੱਥੇ ਜਿਹੜਾ ਬੰਦਾ ਐਲੀਜੀਬਲ ਆ ਉੱਥੇ ਖੜਾ ਹੋ ਸਕਦਾ। ਜੇ ਸ਼੍ਰੋਮਣੀ ਅਕਾਲੀ ਦਲ ਦਾ ਖੜਾ ਹੋ ਸਕਦਾ ਨਾ, ਤਾਂ ਹੋ ਸਕਦਾ। ਉਹ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਦੇਖਣਾ ਉਹਨਾਂ ਨੂੰ ਕਿੱਥੇ ਲਾਉ ਸਕਦੇ, ਕਿੱਥੇ ਨਹੀਂ, ਉਹਨਾਂ ਦਾ ਆਪਣਾ ਅੰਦਰੂਨੀ ਮਾਮਲਾ ਆ। ਪਰ ਟਿੱਪਣੀ ਆਪਾਂ ਕਰ ਸਕਦੇ ਹਾਂ। ਬਰਾਦਰੀਆਂ ਤੇ ਹਮਲੇ ਨਾ ਕਰੋ, ਇਨਡਾਇਰੈਕਟਲੀ ਔਰ ਇਨਡਾਇਰੈਕਟਲੀ ਰੱਬ ਦੇ ਵਾਸਤੇ ਭਾਈਚਾਰਾ ਬਣਿਆ ਰਹਿਣ ਦਿਓ। ਕਿਉਂਕਿ ਪੰਜਾਬ ਦੇ ਵਿੱਚ ਅਸੀਂ ਜਿਹੜੇ ਹਾਲਾਤਾਂ ਤੋਂ ਨਿਕਲੇ ਆ, ਉਹ ਸਾਰਿਆਂ ਨੂੰ ਪਤਾ ਕਿ ਕਿਹਨਾਂ ਹਾਲਾਤਾਂ ਤੋਂ ਨਿਕਲੇ ਆ। ਔਰ ਹਾਲ ਹੀ ਦੇ ਵਿੱਚ ਫਿਰ ਤੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਉਹ ਜਿਵੇਂ ਅਰਦਾਸ ਹੋਈ ਆ, ਉਸ ਤੋਂ ਬਾਅਦ ਹੀ ਸਾਨੂੰ ਸਮਝ ਲੈਣਾ ਚਾਹੀਦਾ ਕਿ ਕਿਹੜੀਆਂ ਤਾਕਤਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਪੰਜਾਬ ਦਾ ਮੁੜ ਤੋਂ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ। ਸੋ ਘੱਟੋ ਘੱਟ ਸਾਨੂੰ ਉਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਉਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਸਿਆਸਤ ਕਰਨ ਲਈ ਦੁਨੀਆ ਜਹਾਨ ਦੀਆਂ ਚੀਜ਼ਾਂ ਪਈਆਂ ਨੇ, ਦੁਨੀਆ ਜਹਾਨ ਦੇ ਮੁੱਦੇ ਪਏ ਨੇ, ਉਹਨਾਂ ਤੇ ਸਿਆਸਤਾਂ ਕੀਤੀਆਂ ਜਾਣ, ਜਿੰਨੀਆਂ ਮਰਜ਼ੀ ਕੀਤੀਆਂ ਜਾਣ, ਜਿੰਨੇ ਮਰਜ਼ੀ ਲੀਡਰਾਂ ਤੇ ਪਾਰਟੀਆਂ ਦੇ ਪ੍ਰਤੀ ਕਮੈਂਟ ਕੀਤੇ ਜਾਣ, ਪਰ ਕਿਸੇ ਦੇ ਧਰਮ, ਕਿਸੇ ਦੇ ਫਿਰਕੇ, ਕਿਸੇ ਦੇ ਕੌਮ ਪ੍ਰਤੀ ਇਦਾਂ ਦੀ ਸ਼ਬਦਾਵਲੀ ਵਰਤ ਕੇ ਅਸੀਂ ਹੋਰ ਕੁਝ ਨਹੀਂ ਕਰ ਰਹੇ। ਅਸੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰੇ ਕੋਲ ਸਮਾਂ ਘੱਟ ਹੈ। ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਜੁੜੇ ਰਹਿਣ ਦੇ ਲਈ। ਸੋ ਅਸੀਂ ਇਹੀ ਅਪੀਲ ਸਾਰਿਆਂ ਨੂੰ ਕਰਦੇ ਹਾਂ ਕਿ ਬੜੇ ਸਾਰੇ ਮੁੱਦੇ ਨੇ, ਉਹਨਾਂ ਤੇ ਰੱਜ ਕੇ ਸਿਆਸਤ ਕਰੋ। ਘੱਟੋ ਘੱਟ ਜਿਹੜੇ ਕੌਮਾਂ ਨੇ, ਜਿਹੜੀਆਂ ਭਾਈਚਾਰਾ, ਉਹਨੂੰ ਬਖਸ਼ ਦਿਓ ਕਿਰਪਾ ਕਰਕੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PDC ਨਿਊਜ਼ ਦੇ ਨਾਲ। ਧੰਨਵਾਦ।
प्रेजेंटेड बाय KEI वायर्स एंड केबल्स। हर टेंशन सही चलती रहे।